ਬਹੁਤ ਲੋਕ ਇਹ ਕਹਿੰਦੇ ਨੇ ਵੀ ਇੱਕ ਭਗਵਾਂ ਕਰਨ ਜਾਂ RSS ਦੀ ਇੱਕ ਚਾਲ ਦੇ ਅਧੀਨ ਥਾਂ ਦੇ ਉੱਤੇ ਗਊਸ਼ਾਲਾਵਾਂ ਖੋਲ੍ਹੀਆਂ ਜਾ ਰਹੀਆਂ ਨੇ, ਜਾਂ ਜਿਹੜਾ ਭਗਵਾਂ ਕਰਨ ਦੀ ਨੀਤੀ ਹੈ ਉਹ ਇਦਾਂ ਗਊ ਦੇ ਰਾਹੀਂ ਪਿੰਡਾਂ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ। ਕੀ ਇਹ ਸੱਚ ਹੈ? ਇਦਾਂ ਆਪਣਾ ਖੁੱਲ੍ਹਾ ਚੈਲੰਜ ਆ, ਖੁੱਲ੍ਹਾ ਸੱਦਾ ਜੀ, ਸਪਸ਼ਟ ਕਰ ਦੇਵੇ ਕੋਈ ਵੀ ਇਹ ਵਾਕਿਆ ਹੀ ਇਹ ਚੀਜ਼ ਨਾਲ ਬਣਾਈ ਗਈ ਹੈ ਜੀ। ਜੋ ਸੰਗ ਸਜ਼ਾ ਦੇਊਗੀ ਖਿੜੇ ਮੱਤੇ ਪ੍ਰਵਾਨ ਹੈ ਜੀ। ਅਸੀਂ ਤਾਂ ਮਹਾਰਾਜ ਇੱਕ ਬੱਚਿਆਂ ਨੂੰ ਜਿਵੇਂ ਆਪਣੇ ਨੌਜਵਾਨ ਪਨੀਰੀ ਨਸ਼ੇ 'ਚ ਜਾ ਰਹੀ ਹੈ ਜੀ, ਬਾਕੀ ਕਦੋਂ ਵੀ ਤੁਸੀਂ ਚੋਰੀ ਆਓ ਬਿਗ ਬੈਨ ਦੱਸੇ ਤੋਂ ਆਪਣੀ ਗਊਸ਼ਾਲਾ ਵਿੱਚ ਜਰਦਾ ਲਾਉਣ ਵਾਲਾ ਵੀ ਕਿਤੇ ਐਂਟਰ ਹੁੰਦਾ ਨਾ ਜੀ, ਸਜ਼ਾ ਆਪਾਂ ਭੁਗਤਣ ਨੂੰ ਤਿਆਰ ਹਾਂ ਜੀ। ਗਊਸ਼ਾਲਾ ਹੀ ਕਿਉਂ? ਕੀ ਪ੍ਰਮਾਤਮਾ ਜਿਹੜਾ ਉਹ ਇਕੱਲੇ ਗਊਆਂ ਦੇ ਵਿੱਚ ਹੀ ਹੁੰਦਾ, ਜਾਂ ਜੀਵ ਇਕੱਲੇ ਗਊ ਹੀ ਨੇ? ਹੋਰ ਵੀ ਸਾਰੇ ਜੀਵ ਨੇ। ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਵੀ ਕਣ ਕਣ ਦੇ ਵਿੱਚ, ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਵਸਦਾ ਹੈ। ਫਿਰ ਗਊਆਂ ਦੀ ਸੇਵਾ ਹੀ ਕਿਉਂ? ਅੱਜ ਤੁਸੀਂ ਆਪਣੇ ਨਜ਼ਰੀਏ ਨਾਲ ਵੇਖੋ, ਆਪਣੀ ਨਿਗਾਹ ਨਾਲ ਵੇਖੋ ਵੀ ਭਟਕਦੀਆਂ ਵੀ ਗਊਆਂ ਹੀ ਨਾ ਮੱਝ, ਨਾ ਘੋੜਾ, ਨਾ ਬੱਕਰੀ, ਕੋਈ ਵੀ ਜੀਵ ਨਹੀਂ ਸੜਕਾਂ 'ਤੇ ਭਟਕ ਰਿਹਾ, ਇਹ ਗਊ ਹੀ ਭਟਕ ਰਹੀ ਆ। ਅੱਛਾ, ਜੇ ਗੱਲ ਕਰੀਏ ਤੁਸੀਂ ਗਊਆਂ ਨੂੰ ਸਾਂਭਣ ਦੀ ਜੀ, 200-250 ਪਲੱਸ ਗਊ ਆਪਣੇ ਕੋਲੇ ਆ ਜੀ, ਹੈ ਨਾ ਜੀ। ਵੇਖੋ ਕਿੰਨੇ ਮਾਵਾਂ ਦੇ ਪੁੱਤ ਮਾਰਦੇ ਜੀ ਸੜਕ ਹਾਦਸਿਆਂ ਵਿੱਚ, ਕਿੰਨਾ ਉਜਾੜਾ ਹੋ ਰਿਹਾ ਜੀ। ਜੇ ਗੱਲ ਕਰੀਏ ਗਊ 'ਤੇ ਟਿੱਪਣੀ ਹਰੇਕ ਹੀ ਕਰਦਾ ਜੀ, ਕਿੰਤੂ ਕਰਦਾ ਜੀ। ਜੇ ਗੱਲ ਕਰੀਏ ਗਊਆਂ ਦੀ, ਇਹ ਕੋਈ ਇਹਨਾਂ ਦਾ ਮੀਂਹ ਦਾ ਸਰਦਾਰ ਜੀ ਪੈਂਦਾ ਨਹੀਂ ਵੀ ਜਾਂ ਡੱਡੀਆਂ ਨੂੰ ਉੱਤੋਂ ਡਿੱਗਦੀਆਂ ਜੀ। ਸਾਡੇ ਹੀ ਜਾੜੇ ਆ, ਸਾਡਾ ਹੀ ਐਕਸੀਡੈਂਟ ਆ, ਸਾਡੀਆਂ ਹੀ ਗਊਆਂ। ਜਿੰਨੀ ਕੁ ਉਹਦੀ ਬੰਦਗੀ ਕਰਦੇ ਆ ਵਾਹਿਗੁਰੂ ਦੀ, ਉਹਨਾਂ ਕੁ ਦੇਈ ਜਾਂਦਾ ਜੀ। ਪੱਠੇ ਵੀ ਆ ਜਾਂਦੇ, ਸੰਗਤ ਦੇ ਜਾਂਦੀ ਹੈ ਜੀ, ਤੂੜੀ ਵੀ ਸੰਗਤ ਸਾਲ ਬਾਅਦ ਕੋਠਾ ਭਰ ਦਿੰਦੀ ਹੈ ਜੀ। ਸੋ ਜੇ ਗੱਲ ਕਰੀਏ, ਜੇ ਕਿਸੇ ਨੂੰ ਕਿੰਤੂ ਹੋਵੇ ਤਾਂ ਕਮੈਂਟ ਤਾਂ ਆਉਣੇ ਤੁਹਾਨੂੰ ਪਤਾ ਹੀ ਹੈ ਨਾ ਜੀ, ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ, ਕੋਈ ਚੱਕਰ ਨਹੀਂ, ਝੋਲੀ ਅੱਡੀ ਆਪਾਂ ਪਵਾ ਲੈਂਦੇ ਹੈ ਨਾ ਜੀ। ਸਾਨੂੰ ਕੋਈ, ਪਰ ਮੈਨੂੰ ਜੋ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਉਹੀ ਕਰਦਾ ਜੀ, ਠੀਕ ਹੈ ਨਾ ਜੀ। ਕਿਉਂ ਸਾਡੀਆਂ ਕੁਝ ਜਥੇਬੰਦੀਆਂ ਵੀ ਕਿੰਤੂ ਕਰਨਗੀਆਂ ਨਾ ਜੀ, ਉਹ ਇਹ ਡੋਂਟ ਵੈਰੀ, ਮੈਨੂੰ ਕੋਈ ਇਹੋ ਜਿਹੀ ਗੱਲਬਾਤ ਨਹੀਂ ਜੀ, ਠੀਕ ਹੈ ਜੀ। ਜੋ ਮੈਨੂੰ ਜਿਹੜਾ ਜਿੱਥੇ ਮੇਰਾ ਮਨ ਸੈਟੀਸਫਾਈ, ਜਿੱਥੇ ਮੇਰਾ ਮਨ ਸੰਤੁਸ਼ਟ ਆ, ਉਹ ਕੰਮ ਕਰੂੰਗਾ, ਠੀਕ ਹੈ ਨਾ ਜੀ। ਹੁਣ ਜੇ ਗੱਲ ਕੀਤੀ ਜਾਵੇ, ਅਸੀਂ ਸੰਥਾ ਵੀ ਦਿੰਦੇ ਇੱਥੇ। ਜੇ ਗੱਲ ਕਰੀਏ ਆਪਣੇ ਇੱਥੇ ਗੱਤਕਾ ਵੀ ਸਿਖਾਉਣੇ ਬੱਚਿਆਂ ਨੂੰ ਜੀ, ਠੀਕ ਹੈ ਨਾ ਜੀ। ਮੈਂ ਇਸ ਗਊਆਂ ਨੂੰ ਕਿ ਧਰਮ ਨਾਲ ਨਹੀਂ ਜੋੜਦਾ ਜੀ। ਡੇਲੀ ਇੱਥੋਂ ਪ੍ਰਸ਼ਾਦਾ ਵੀ ਛਕ ਕੇ ਜਾਂਦੇ ਨੇ ਜੀ, ਸੌਦਾ ਵੀ ਕੋਈ ਦੇ ਜਾਂਦਾ ਜੀ, ਕਣਕ ਵੀ ਕੋਈ ਦੇ ਜਾਂਦਾ ਜੀ। ਕਿਉਂ ਮੇਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਗੱਲ ਕਹੀ ਸੀ, ਮੇਰਾ ਬਾਪੂ ਭਿਖਾਰੀ ਨਹੀਂ ਸੀਗਾ ਜੀ, ਠੀਕ ਹੈ ਨਾ ਜੀ। ਮੈਂ ਬਾਦਸ਼ਾਹ ਬਾਪੂ ਦਾ ਪੁੱਤ ਹਾਂ ਜੀ। ਉਹਦੀ ਚਲੋ ਨਿਤਨੇਮ ਕਰਦੇ ਹਾਂ ਜੀ, ਦੇਈ ਜਾਂਦਾ ਜੀ। ਉਹ ਨਹੀਂ ਕੋਈ, ਤੁਸੀਂ ਆਪਦੇ ਬੱਚਿਆਂ ਨੂੰ ਭੁੱਖੇ ਰੱਖੋਗੇ ਜੀ, ਫਿਰ ਉਹ ਕਿਵੇਂ ਰੱਖ ਸਕਦਾ ਸਾਰੀ ਸ੍ਰਿਸ਼ਟੀ ਨੂੰ? ਲੰਗਰ ਲਾਉਣਾ ਐਜੂਕੇਸ਼ਨ ਦਾ ਲਾਓ ਜੀ, ਲੰਗਰ ਲਾਉਣਾ ਨਾ ਕਿਸੇ ਡਿਗਰੀ 50,000 ਦਾ ਲੰਗਰ ਲਾਉਣੇ ਆਪਾਂ, ਅਤੇ ਮਹਾਰਾਜ ਜੀ ਕਿਸੇ ਡਿਗਰੀ ਲੈ ਦਿਓ, ਕਿਸੇ ਦੀ 50,000 ਫੀਸ ਖਣੋਂ ਬੈਠਾ ਹੁੰਦਾ। ਜਾ ਕੇ ਹੋਸਪਿਟਲਾਂ 'ਚ ਵੇਖੋ ਕਿੰਨੇ ਬੱਚੇ ਉੱਥੇ ਬਾਹਰ ਰੁਲ ਰਹੇ ਆ ਜੀ, ਇਲਾਜ ਖਣੋਂ ਰੁਲ ਰਹੇ ਆ ਜੀ। ਮੈਂ ਤਾਂ ਖੁਦ ਕਹਿੰਦਾ ਹੁੰਦਾ ਵੀ ਮੈਨੂੰ ਨਾ ਪੈਸੇ ਦਿਓ, ਕਿਸੇ ਗਰੀਬ ਨੂੰ ਆਟਾ ਲੈ ਦਿਓ। ਸਤਿ ਸ੍ਰੀ ਅਕਾਲ ਜੀ, ਪੰਜਾਬ ਨਿਊਜ਼ ਦੇਖ ਰਹੇ ਹੋ ਤੇ ਮੈਂ ਆ ਸੁਖਬੀਰ ਸਿੰਘ ਚੈਣਾ। ਹਰ ਵਾਰ ਦੀ ਤਰ੍ਹਾਂ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਲੱਗੇ ਹਾਂ। ਕੁਝ ਸਵਾਲ ਬੇਬਾਕੀ ਦੇ ਨਾਲ ਤੇ ਕੁਝ ਜਵਾਬ ਇਮਾਨਦਾਰੀ ਦੇ ਨਾਲ ਯਤਨ ਕਰਾਂਗੇ ਇਦਾਂ ਹੀ ਹੋਵੇ। ਸੋ ਇਸ ਸਮੇਂ ਸਾਡੇ ਨਾਲ ਨੇ ਸੰਦੀਪ ਸਿੰਘ ਜੀ ਸੋਨੀ। ਸੰਦੀਪ ਸਿੰਘ ਸੋਨੀ ਇੱਕ ਸਮਾਂ ਸੀ ਜਦੋਂ ਇਹ ਗ੍ਰੰਥੀ ਸਿੰਘ ਦੀ ਸੇਵਾ ਵੀ ਨਿਭਾਉਂਦੇ ਸੀ। ਇੱਕ ਸਮਾਂ ਸੀ ਜਦੋਂ ਇਹ ਨੂਰ ਖਾਲਸਾ ਫੌਜ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਕਮੇਟੀ ਦੇ ਵਜੋਂ ਕੰਮ ਕਰਦੀ ਆ, ਉਹਦੇ ਵਿੱਚ ਵੀ ਕੰਮ ਕਰਦੇ ਰਹੇ। ਵੱਖ-ਵੱਖ ਪੰਥਕ ਸਰਗਰਮੀਆਂ ਵਿੱਚ ਹਿੱਸਾ ਵੀ ਲਿਆ, ਔਰ ਉਸ ਤੋਂ ਬਾਅਦ ਅੱਜ ਇਹ ਆਪਣੇ ਪਿੰਡ ਇੱਟਾਂ ਵਾਲੀ ਵਿਖੇ ਗਊਸ਼ਾਲਾ ਦੀ ਜਿਹੜੀ ਕਾਰਜਕਾਰੀ ਮੁਖੀ ਦੇ ਵੱਲੋਂ, ਕਹਿ ਲਓ ਮੁਖੀ ਦੇ ਵੱਲੋਂ, ਇਹ ਗਊਆਂ ਦੀ ਸੇਵਾ ਕਰ ਰਹੇ ਨੇ। ਸੋ ਇਹਨਾਂ ਦੀ ਜ਼ਿੰਦਗੀ ਦੇ ਹਾਲਾਤ, ਇਹਨਾਂ ਦੀ ਜ਼ਿੰਦਗੀ ਦੀ ਸੱਚਾਈ, ਕੁਝ ਤੱਤੇ ਸਵਾਲ, ਕੁਝ ਠੰਡੇ ਜਵਾਬ, ਇਹ ਸਭ ਕੁਝ ਆਪਾਂ ਅੱਜ ਸੰਦੀਪ ਸਿੰਘ ਸੋਨੀ ਜੀ ਹੋਰਾਂ ਦੇ ਕੋਲੋਂ ਆਪਾਂ ਜਾਣਾਂਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਸੰਦੀਪ ਸਿੰਘ ਜੀ, ਤੁਹਾਡਾ ਨਾਮ ਹੁਣ ਸੰਗਤਾਂ ਤੁਹਾਨੂੰ ਸੋਨੀ ਬਾਬਾ ਜੀ ਕਹਿੰਦੀਆਂ ਨੇ। ਹਾਂਜੀ ਹਾਂਜੀ। ਅੱਛਾ, ਇਹ ਸੰਦੀਪ ਸਿੰਘ ਤੋਂ ਸੋਨੀ ਬਾਬਾ ਤੱਕ ਦਾ ਜਿਹੜਾ ਜੀਵਨ ਹੈ, ਇਹ ਕਿੱਦਾਂ ਹੈ? ਸੋਨੀ ਬਾਬਾ ਤੱਕ ਤੁਸੀਂ ਕਿਵੇਂ ਪਹੁੰਚੇ? ਸੋ ਪਹਿਲਾਂ ਸਾਰੇ ਹੀ
ਆਵਾਮ ਨੂੰ, ਸਾਰੀ ਸ੍ਰਿਸ਼ਟੀ ਨੂੰ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਹੜਾ ਸਾਡੇ ਸਰਦਾਰ ਜੀ ਨੇ ਸਵਾਲ ਕੀਤਾ, ਸੋ ਬੜੇ ਹੀ ਗਰੀਬ ਪਰਿਵਾਰ ਵਿੱਚੋਂ ਇੱਕ ਜਨਮ ਲਿਆ ਜੀ। ਮਿਹਨਤੀ ਪਰਿਵਾਰ ਸੀ। ਸੋ ਬਚਪਨ ਵਿੱਚੋਂ ਹੀ ਰੱਬ ਵਾਲੇ ਪਾਸੇ ਬਹੁਤ ਜ਼ਿਆਦਾ ਸਾਡੇ ਮਾਤਾ ਪਿਤਾ ਨੇ ਸਾਨੂੰ ਰੱਖਿਆ ਜੀ। ਪਰਮਾਤਮਾ ਵਾਲੇ ਪਾਸੇ, ਬੰਦਗੀ ਵਾਲੇ ਪਾਸੇ ਰੱਖਿਆ ਜੀ। ਸੋ ਸੋਨੀ ਬਾਬਾ ਦਾ ਬਚਪਨ ਤੋਂ ਹੀ ਸਾਰੇ ਬਾਬਾ ਸ਼ਬਦ ਵਰਤਣ ਲੱਗ ਗਏ ਸੀਗੇ ਜੀ। ਸੋ ਜਿਵੇਂ ਇਹ ਭਾਖਿਆ ਸੀ ਦੁਨੀਆ ਦੀ, ਤੇ ਉਹਨਾਂ ਨੂੰ ਸੱਚੀ ਹੀ, ਪਰ ਬਾਬਾ ਸ਼ਬਦ ਮਹਾਰਾਜ ਜੀ ਬਹੁਤ ਪਵਿੱਤਰ ਸ਼ਬਦ ਆ। ਮੈਂ ਇੱਕ ਨਾਂ ਚੀਜ਼ ਮੂਹਰੇ ਬਾਬਾ ਸ਼ਬਦ ਲੱਗਣਾ ਕਿ ਬਹੁਤ ਅਤਕਥਨੀ ਗੱਲ ਹੈ ਜੀ। ਸੋ ਮੈਂ ਨਾ ਸੋਨੀ ਹੀ, ਸੰਦੀਪ ਸਿੰਘ ਵੀ ਨੇ ਨਾਂ ਬਹੁਤ ਰਿਸਪੈਕਟਡ ਆ, ਪਰ ਸੋਨੀ ਹੀ ਨਾਂ ਲਓ ਮੇਰਾ, ਠੀਕ ਹੈ ਨਾ ਜੀ। ਜੋ ਜੇ ਗੱਲ ਕਰੀਏ ਇੱਥੋਂ ਤੱਕ ਆਉਣ ਦੀ ਜੀ, ਸੋ ਪਹਿਲੇ ਦਿਨੋਂ ਹੀ ਸੇਵਾ ਵਾਲੇ ਪਾਸੇ ਧਿਆਨ ਸੀਗਾ ਜੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋਈ, ਵਾਹਿਗੁਰੂ ਦੀ ਕਿਰਪਾ ਹੋਈ ਹੈ ਜੀ। ਸੋ ਆਹ ਸੇਵਾ ਮਿਲ ਗਈ ਬੇਜ਼ਬਾਨੇ ਜੀਵਾਂ ਦੀ ਜੀ। ਸੋ ਤੁਹਾਡੇ ਚਰਨਾਂ 'ਚ ਰਹਿ ਕੇ ਇਹ ਸੰਗਤ ਵਿੱਚ ਰਹਿ ਕਰੀ ਜਾਂਦੇ ਆ ਜੀ। ਅੱਛਾ ਬਾਬਾ ਜੀ, ਕੁਝ ਨਾ ਸਖਤ ਸਵਾਲ ਤੁਹਾਨੂੰ ਕਰਨੇ ਆ। ਉਹ ਮੈਂ ਕਹਿੰਦਾ ਵੀ ਮੇਰੀ ਇੱਕ ਜੌਬ ਹੈ, ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ। ਜਵਾਬ ਦੇਣੇ ਨਾ ਦੇਣੇ, ਕਿਵੇਂ ਦੇਣੇ, ਉਹ ਤੁਹਾਡੀ ਆਪਣੀ ਆ। ਗਊਸ਼ਾਲਾ ਤੁਸੀਂ ਚਲਾ ਰਹੇ ਹੋ, ਗਊਸ਼ਾਲਾ ਹੀ ਕਿਉਂ? ਕੀ ਪ੍ਰਮਾਤਮਾ ਜਿਹੜਾ ਉਹ ਇਕੱਲੇ ਗਊਆਂ ਦੇ ਵਿੱਚ ਹੀ ਹੁੰਦਾ, ਜਾਂ ਜੀਵ ਇਕੱਲੇ ਗਊ ਹੀ ਨੇ? ਹੋਰ ਵੀ ਸਾਰੇ ਜੀਵ ਨੇ। ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਵੀ ਕਣ ਕਣ ਦੇ ਵਿੱਚ, ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਵਸਦਾ ਹੈ। ਫਿਰ ਗਊਆਂ ਦੀ ਸੇਵਾ ਹੀ ਕਿਉਂ? ਸੋ ਬੜਾ ਵਧੀਆ ਸਵਾਲ ਕੀਤਾ ਵੀਰ ਜੀ ਤੁਸੀਂ। ਸੋ ਇਹ ਇੱਕ ਅਸੀਂ ਗਊ ਨੂੰ ਧਰਮ ਦੇ ਨਾਲ ਜੋੜਦਾ ਜੀ, ਠੀਕ ਹੈ ਜੀ। ਬਾਕੀ ਤੁਸੀਂ ਵੇਖੋ ਜੀ, ਅੱਜ ਤੁਸੀਂ ਆਪਣੇ ਨਜ਼ਰੀਏ ਨਾਲ ਵੇਖੋ, ਆਪਣੀ ਨਿਗਾਹ ਨਾਲ ਵੇਖੋ ਵੀ ਭਟਕਦੀਆਂ ਵੀ ਗਊਆਂ ਹੀ ਨਾ ਮੱਝ, ਨਾ ਘੋੜਾ, ਨਾ ਬੱਕਰੀ, ਕੋਈ ਵੀ ਜੀਵ ਨਹੀਂ ਸੜਕਾਂ 'ਤੇ ਭਟਕ ਰਿਹਾ। ਇਹ ਗਊ ਹੀ ਭਟਕ ਰਹੀ ਆ। ਅੱਛਾ, ਜੇ ਗੱਲ ਕਰੀਏ ਤੁਸੀਂ ਗਊਆਂ ਨੂੰ ਸਾਂਭਣ ਦੀ ਜੀ, ਸੋ 200-250 ਪਲੱਸ ਗਊ ਆਪਣੇ ਕੋਲ ਹੈ ਜੀ, ਹੈ ਨਾ ਜੀ। ਵੇਖੋ ਕਿੰਨੇ ਮਾਵਾਂ ਦੇ ਪੁੱਤ ਮਾਰਦੇ ਜੀ ਸੜਕ ਹਾਦਸਿਆਂ ਵਿੱਚ, ਕਿੰਨਾ ਜਾੜਾ ਹੋ ਰਿਹਾ ਜੀ। ਜੇ ਗੱਲ ਕਰੀਏ ਗਊ 'ਤੇ ਟਿੱਪਣੀ ਹਰੇਕ ਹੀ ਕਰਦਾ ਜੀ, ਕਿੰਤੂ ਕਰਦਾ ਜੀ। ਜੇ ਗੱਲ ਕਰੀਏ ਗਊਆਂ ਦੀ, ਇਹ ਕੋਈ ਇਹਨਾਂ ਦਾ ਮੀਂਹ ਦਾ ਸਰਦਾਰ ਜੀ ਪੈਂਦਾ ਨਹੀਂ ਵੀ ਜਾਂ ਡੱਡੀਆਂ ਨੂੰ ਉੱਤੋਂ ਡਿੱਗਦੀਆਂ ਜੀ। ਸਾਡੇ ਹੀ ਜਾੜੇ ਆ, ਸਾਡਾ ਹੀ ਐਕਸੀਡੈਂਟ ਆ, ਸਾਡੀਆਂ ਹੀ ਗਊਆਂ। ਜੇ ਗੱਲ ਕਰੀਏ ਤੁਸੀਂ ਜਿਵੇਂ ਗੱਲ ਕਿ ਵੀ ਗਊ ਹੀ ਕਿਉਂ, ਜੇ ਗੱਲ ਕਰੀਏ ਚਲੋ ਪਰਮ ਪਿਤਾ ਪਰਮਾਤਮਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ, ਹੱਕ ਪਰਾਇਆ ਨਾਨਕਾ ਉਸੂ ਰਸ ਗਾਏ। ਉਹਨੇ ਹੋਰ ਜਾਨਵਰ ਦਾ ਨਾਂ ਕਿਉਂ ਨਹੀਂ ਲਿਆ? ਵੀ ਹੋਰ ਵੀ ਘੋੜੇ ਹਾਥੀ ਬੜੇ ਕੁਛ ਸੀਗੇ, ਸੂਰ ਤੇ ਗਾਂ ਦਾ ਹੀ ਨਾਂ ਕਿਉਂ ਲਿਆ ਜੀ? ਉੱਥੇ ਤਾਂ ਫਿਰ ਇਹ ਮੰਨਿਆ ਨਾ ਵੀ ਸੂਰ ਮੁਸਲਮਾਨ ਲਈ ਤੇ ਜਿਹੜੀ ਗਾਂ ਹੈ ਉਹ ਹਿੰਦੂ ਲਈ ਪਵਿੱਤਰ ਮੰਨੀ ਜਾਂਦੀ ਹੈ। ਤਾਂ ਕਰਕੇ ਵੀ ਜਿੰਨਾ ਇੱਕ ਹਿੰਦੂ ਦੇ ਲਈ ਗਾਂ ਮਾਰਨੀ, ਮੁਸਲਮਾਨ ਲਈ ਸੂਰ ਮਾਰਨਾ ਮਾੜਾ ਹੈ, ਓਨਾ ਹੀ ਇੱਕ ਸਿੱਖ ਦੇ ਲਈ ਹੱਕ ਪਰਾਇਆ ਖਾਣਾ ਓਨਾ ਹੀ ਮਾੜਾ, ਉਹਦੇ ਬਰਾਬਰ ਦਾ ਪਾਪ ਹੈ। ਅੱਛਾ, ਜਿਹੜੀ ਗਊ ਤੁਸੀਂ ਕਹਿ ਰਹੇ ਹੋ ਵੀ ਗਊਆਂ ਹੀ ਭੜਕਦੀਆਂ ਨੇ, ਬਿਲਕੁਲ ਸਹੀ ਗੱਲ ਹੈ। ਲੱਖਾਂ ਗਊਆਂ ਭੜਕਦੀਆਂ ਫਿਰਦੀਆਂ, ਐਕਸੀਡੈਂਟਾਂ ਦਾ ਕਾਰਨ ਗਊਆਂ ਬਣਦੀਆਂ, ਹੋਰ ਕੋਈ ਜਾਨਵਰ ਨਹੀਂ ਬਣਦਾ। ਸਰਕਾਰ ਟੈਕਸ ਲੈਂਦੀ ਗਊ ਦੇ ਉੱਪਰ, ਅਸੀਂ ਕਿਤੇ ਵੀ ਕਿਤੇ ਟੈਕਸ ਭਰਦੇ ਹਾਂ, ਜਿਹੜਾ ਗਾਂ ਟੈਕਸ ਵਸੂਲ ਰਹੀ ਹੈ। ਸਰਕਾਰ ਦਾ ਹੱਕ ਬਣਦਾ ਗਊਆਂ ਨੂੰ ਸੰਭਾਲਣ ਦਾ, ਕਿਉਂਕਿ ਟੈਕਸ ਦੇ ਰਹੇ ਹਾਂ ਅਸੀਂ। ਪਰ ਇਹ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਆਵਾਜ਼ ਕਿਉਂ ਨਹੀਂ ਉਠਾਉਂਦੇ ਇਸ ਗੱਲ ਲਈ ਵੀ ਗਾਂ ਸਰਕਾਰ ਸੰਭਾਲੇ? ਮੇਰਾ ਜੇ ਆਪ ਦਾ ਕੰਮ ਕਿਸੇ ਤੇ ਛੱਡਾਂਗੇ ਨਾ ਮਹਾਰਾਜ ਜੀ, ਅਧੂਰਾ ਰਹਿ ਜਾਂਦਾ ਜੀ, ਠੀਕ ਹੈ ਜੀ। ਜੇ ਗੱਲ ਕਰੀਏ ਜੀ, ਜੇ ਗਊ ਟੈਕਸ ਦੀ ਗੱਲ ਕਰੀਏ, 24,97,726 ਰੁਪਏ ਮੈਂ ਦੇਣੇ ਆ ਜੀ ਹੁਣ, ਠੀਕ ਹੈ ਜੀ। ਡੇਲੀ ਖਰਚਾ ਵੇਖ ਲਓ ਗਊਆਂ ਟੀਡੇ। ਇੱਕ ਹੋਰ ਗੱਲ ਆ, ਗਊਆਂ ਜ਼ਖਮੀ ਵਾਲੀਆਂ ਲਿਆਉਣੇ ਜਾ ਕੇ ਇਹੀ ਜੀ, ਠੀਕ ਹੈ ਜੀ। ਬਾਕੀ ਸੰਗਤ ਚਲਾ ਰਹੀ ਆ, ਕਿਉਂ, ਠੀਕ ਹੈ। ਜਿੰਨੀ ਕੁ ਉਹਦੀ ਬੰਦਗੀ ਕਰਦੇ ਆ ਵਾਹਿਗੁਰੂ ਦੀ, ਉਹਨਾਂ ਕੁ ਦੇਈ ਜਾਂਦਾ ਜੀ। ਪੱਠੇ ਵੀ ਆ ਜਾਂਦੇ, ਸੰਗਤ ਦੇ ਜਾਂਦੀ ਹੈ ਜੀ। ਤੂੜੀ ਵੀ ਸੰਗਤ ਸਾਲ ਬਾਅਦ ਕੋਠਾ ਭਰ ਦਿੰਦੀ ਹੈ ਜੀ। ਸੋ ਜੇ ਗੱਲ ਕਰੀਏ, ਜੇ ਕਿਸੇ ਨੂੰ ਕਿੰਤੂ ਹੋਵੇ, ਚੋ ਕਮੈਂਟ ਤਾਂ ਆਉਣੇ ਤੁਹਾਨੂੰ ਪਤਾ ਹੀ ਹੈ ਨਾ ਜੀ। ਚੰਗੇ ਵੀ ਹੋਣਗੇ, ਮਾੜੇ ਵੀ ਹੋਣਗੇ, ਕੋਈ ਚੱਕਰ ਨਹੀਂ। ਝੋਲੀ ਅੱਡੀ ਆਪਾਂ ਪਵਾ ਲੈਂਦੇ ਹਾਂ ਨਾ ਜੀ। ਸਾਨੂੰ ਕੋਈ, ਪਰ ਮੈਨੂੰ ਜੋ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਉਹੀ ਕਰਦਾ ਜੀ, ਠੀਕ ਹੈ ਨਾ ਜੀ। ਕਿਉਂ ਸਾਡੀਆਂ ਕੁਝ ਜਥੇਬੰਦੀਆਂ ਵੀ ਕਿੰਤੂ ਕਰਨਗੀਆਂ ਨਾ ਜੀ, ਉਹ ਡੋਂਟ ਵੈਰੀ, ਮੈਨੂੰ ਕੋਈ ਇਹੋ ਜਿਹੀ ਗੱਲਬਾਤ ਨਹੀਂ ਗੀ, ਠੀਕ ਹੈ ਜੀ। ਜੋ ਮੈਨੂੰ ਜਿਹੜਾ ਜਿੱਥੇ ਮੇਰਾ ਮਨ ਸੈਟੀਸਫਾਈ, ਜਿੱਥੇ ਮੇਰਾ ਮਨ ਸੰਤੁਸ਼ਟ ਆ, ਉਹ ਕੰਮ ਕਰੂੰਗਾ, ਠੀਕ ਹੈ ਨਾ ਜੀ। ਹੁਣ ਜੇ ਗੱਲ ਕੀਤੀ ਜਾਵੇ, ਅਸੀਂ ਸੰਥਾ ਵੀ ਦਿੰਦੇ ਇੱਥੇ। ਜੇ ਗੱਲ ਕਰੀਏ ਆਪਣੇ ਇੱਥੇ ਗੱਤਕਾ ਵੀ ਸਿਖਾਉਣੇ ਬੱਚਿਆਂ ਨੂੰ ਜੀ, ਠੀਕ ਹੈ ਨਾ ਜੀ। ਮੈਂ ਇਸ ਗਊਆਂ ਨੂੰ ਕਿ ਧਰਮ ਨਾਲ ਨਹੀਂ ਜੋੜਦਾ ਜੀ। ਅੱਛਾ, ਜਿਹੜੇ ਲੋਕ ਗਊ ਨੂੰ ਧਰਮ ਨਾਲ ਜੋੜਦੇ ਆ,
ਤੁਹਾਨੂੰ ਲੱਗਦਾ ਵੀ ਉਹ ਸਹੀ ਹੈ? ਨਹੀਂ, ਮੈਂ ਪਤਾ ਕੀ ਜੇ ਗੱਲ ਕੀਤੀ ਹੈ ਉਹਨਾਂ ਦਾ ਮੈਟਰ ਹੈ ਜੀ, ਮੇਰਾ ਨਹੀਂ ਮੈਟਰ। ਠੀਕ ਹੈ ਨਾ ਜੀ, ਮੇਰਾ ਇੰਨਾ ਵੀ ਹਾਂ 200-250 ਗਊ ਮੇਰੇ ਕੋਲ ਹੈਗੀ ਆ। ਠੀਕ ਹੈ ਨਾ ਜੀ, ਜੇ ਸੰਗਤ ਕੋਲ ਛੱਡ ਦਾਂਗੇ ਫਿਰ ਰੋਡ ਤੇ ਆ ਜਾਣਗੀਆਂ। ਆਹ ਵੇਖ ਤੁਹਾਡੇ ਤੋਂ ਆ, ਤੁਸੀਂ ਵੇਖ ਲਓ ਹਾਲ ਵੇਖ ਲਓ, ਸਾਈ ਜਦੋਂ ਗਊਆਂ ਚਾਹੇ ਹੋਈ ਰਹੀਦਾ ਜੀ। ਕੋਈ ਮੇਰੇ ਕੋਲੇ ਕੋਈ ਮਹਿੰਗਾ ਪ੍ਰੋਜੈਕਟ ਹੈ ਨਹੀਂਗਾ, ਉਹ ਕੱਖਾਂ ਦੀ ਕੁੱਲੀ ਪਾਈ ਵੇਖ ਲਓ ਜੀ। ਕੋਈ ਪ੍ਰੋਪਰਟੀ ਨਹੀਂ ਗੀ ਜੀ, ਜੇ ਤੇ ਤੋਂ ਕਿਸੇ ਨੇ ਕਹਦਾ ਬਾਬਾ ਜਾ ਵੜਾਂਗੇ ਮਹਾਰਾਜ ਜੀ। ਠੀਕ ਹੈ ਜੀ, ਕੋਈ ਮਹਿੰਗੀ ਗੱਡੀ ਨਹੀਂ ਰੱਖੀ ਮਹਾਰਾਜ ਜੀ। ਠੀਕ ਹੈ ਨਾ ਜੀ, ਆ ਵੀ ਹੁਣ ਇੱਥੇ ਕਿਸੇ ਦੇ ਭੋਗ ਤੇ ਗਏ ਸੀ, ਇੰਨਾ ਕੱਪੜੇ ਪਾਲੇ ਨਹੀਂ ਮਾਰੇ, ਇਹ ਵੀ ਸਾਡਾ ਨਹੀਂ ਗਾ। ਕਿਉਂ ਸਵਾਮੀ ਜੀ ਮਹਾਰਾਜ ਤਾਂ ਕਹਿੰਦੇ ਹੁੰਦੇ ਸੀਗੇ, ਉਹ ਕਹਿੰਦੇ 2 ਚੋਲੇ ਰੱਖੋ, ਇੱਕ ਲਾਓ ਇੱਕ ਪਾਓ। ਠੀਕ ਹੈ ਨਾ, ਤੀਜਾ ਚੋਲਾ ਲਾਓਗੇ ਫਿਰ ਵੀ ਚੁਆਸ ਪੈਦਾ ਹੋ ਜੀ ਤੁਹਾਡੇ 'ਚ ਵੀ ਅੱਜ ਕਿਹੜਾ ਪਾਵਾਂ। ਅੱਛਾ, ਜਿਹੜੇ ਬੋਰੇ ਵਾਲੇ ਬਾਬਾ ਜੀ ਨੇ ਉਹਨਾਂ ਦੀਆਂ ਸੰਸਥਾਵਾਂ ਬੜੀਆਂ ਨੇ ਪੰਜਾਬ 'ਚ, ਗਊਸ਼ਾਲਾਵਾਂ ਬੜੀਆਂ ਨੇ। ਕਿਉਂਕਿ ਤੁਸੀਂ ਟਕਸਾਲ ਦੇ ਗ੍ਰੰਥੀ ਵੀ, ਉੱਥੋਂ ਸੰਥਿਆ ਤੁਸੀਂ ਲਈ, ਸਤਕਾਰ ਕਮੇਟੀ ਨਾਲ, ਏਕਨੂਰ ਖਾਲਸਾ ਫੌਜ ਨਾਲ ਵੀ ਰਹੇ। ਫਿਰ ਇੱਧਰਲੇ ਵਾਲੇ ਪਾਸੇ ਤੁਸੀਂ ਕਿਵੇਂ ਆਏ? ਇਹ ਸਬਬ ਕਿਵੇਂ ਬਣਿਆ ਵੀ ਆਹ ਗਊਆਂ ਵਾਲੇ ਗਊਸ਼ਾਲਾ ਵਾਲੇ ਪਾਸੇ ਜਾਂ ਬੋਰੇ ਵਾਲੇ ਬਾਬਾ ਜੀ ਨਾਲ ਕਿਵੇਂ ਜੁੜੇ ਤੁਸੀਂ? ਜੇ ਗੱਲ ਕਰੀਏ ਮਾਰੇ ਇਸ ਪਾਸੇ ਨੇ, ਇੱਥੇ ਜਾਤ ਭਮਾਨੀ ਵੀ ਲੋਕ ਨੇ ਜੀ। ਜਾਤ ਭਮਾਨੀ ਲੋਕ ਇੱਥੇ ਗਊਸ਼ਾਲਾ 'ਚ ਰਹਿ ਕੇ ਮੇਰੇ ਨਾਲ ਵਿਤਕਰਾ ਕਿਤੇ ਨਹੀਂ ਹੁੰਦਾ ਜੀ। ਨਹੀਂ, ਮੇਰਾ ਸਵਾਲ ਇੱਧਰਲੇ ਪਾਸੇ ਆਏ ਕਿਵੇਂ? ਉਹੀ ਦੱਸਦਾ ਨਾ। ਕੋਈ ਅਸੀਂ ਜਦੋਂ ਵੀ ਸੇਵਾ ਕਰਨ ਜਾਂਦੇ ਸੀ, ਕੋਈ ਬੰਦਾ ਜਦੋਂ ਮਾਨ ਸਤਿਕਾਰ ਮਿਲੇ ਮਾਰੇ ਜਾਂਦਾ ਤਾਂ ਉੱਧਰ ਹੀ ਜਾਣਾ ਜੀ। ਠੀਕ ਹੈ ਨਾ ਜੀ, ਮੈਂ ਵੀ ਇੱਕ ਸੰਘਰਸ਼ੀਲ ਸੀਗਾ, ਜਿੱਥੇ ਹੁਣ ਵੀ ਜਾਂਦੇ ਆ ਜੀ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜੀ, ਹਰ ਇੱਕ ਮੁੱਢਲੇ ਕੰਮਾਂ 'ਚ ਸਾਥ ਦੇਈਦਾ, ਸਭ ਦਾ ਹੀ ਦੇਈਦਾ। ਭਲਾ ਮੈਨੂੰ ਕੋਈ ਮੁਸਲਮਾਨ ਸੱਦ ਦੇ ਉੱਥੇ ਜਾ ਵੜਦੇ ਆ ਜੀ, ਹਿੰਦੂ ਸੱਦ ਦੇ ਉੱਥੇ ਜਾ ਵੜੀਦਾ ਜੀ। ਠੀਕ ਹੈ ਨਾ ਜੀ, ਪਰ ਮੇਰਾ ਗੱਲ ਆਪਾਂ ਕਹਿੰਦੇ ਮੇਰਾ ਮਨ ਸੰਤੁਸ਼ਟ ਆ ਜੀ, ਸੇਵਾ ਕਰਕੇ ਮਨ ਸੰਤੁਸ਼ਟ ਆ, ਹਰ ਇੱਕ ਨੂੰ ਗੁਰਫਤਿਹ ਬੁਲਾ ਕੇ ਮਨ ਸੰਤੁਸ਼ਟ ਆ, ਹਰ ਇੱਕ ਧਰਮ ਦੀ ਗੱਲ ਕਰਨਾ ਮੇਰਾ ਨਾਮ। ਪਹਿਲੀ ਗੱਲ, ਧਰਮ ਆਪਾਂ ਬਹੁਤ ਸ਼ਬਦ ਵਾਰੀ ਵਰਤ ਲਿਆ ਜੀ। ਜੇ ਦਾਸ ਦੀ ਗੱਲ ਕਰੀਏ, ਧਰਮ ਮੇਰਾ ਇਨਸਾਨੀਅਤ ਆ, ਜਾਤ ਮੇਰੀ ਮਿੱਟੀ ਆ। ਇਦੋਂ ਕੋਈ ਹੋਰ ਪੁੱਛਣਾ ਪੁੱਛ ਲਓ ਜੀ, ਇਹ ਜਿਹੜਾ ਮਰਜ਼ੀ ਪੁੱਛ ਲੈ ਮੇਰੇ ਤੋਂ। ਧਰਮ ਮੇਰਾ ਇਨਸਾਨੀਅਤ ਆ, ਜਾਤ ਮੇਰੀ ਮਿੱਟੀ ਆ। ਕਿਉਂ ਜੇ ਜਾਤ ਦੀ ਗੱਲ ਕਰੀਏ, ਜੇ ਧਰਮ ਦੀ ਗੱਲ ਕਰੀਏ, 5 ਸਾਲ ਤੱਕ ਮੈਨੂੰ ਪਤਾ ਨਹੀਂ ਸੀ ਮੈਂ ਕਿਹਦੇ ਘਰੇ ਆ। 5 ਸਾਲ ਤੱਕ ਮੈਨੂੰ ਪਤਾ ਨਹੀਂ ਸੀ ਤੂੰ ਕਿਹੜੀ ਕੌਮ ਨਾਲ ਸੰਬੰਧ ਰੱਖਦਾ। 5 ਸਾਲ ਤੱਕ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਤੇਰਾ ਧਰਮ ਕੀ ਆ। ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਦੁਨੀਆ 'ਚ ਵਿਚਰੇ ਮਹਾਰਾਜ ਜੀ, ਉਸੇ ਤਰ੍ਹਾਂ ਸਾਨੂੰ ਇਵੇਂ ਪ੍ਰੇਰਿਆ ਗਿਆ ਵੀ ਤੂੰ ਇੱਕ SC ਆ, ਤੂੰ ਇੱਕ BC ਆ, ਤੂੰ ਇੱਕ ਜਰਨਲ ਆ। ਠੀਕ ਹੈ ਨਾ ਜੀ, ਹਾਂਜੀ। ਉਹ ਫਿਰ ਸਾਡੀ ਦੁਨੀਆ ਵਿੱਚ ਆ ਕੇ ਕੁਛ ਮੈਨੂੰ ਮਿਲਿਆ ਜੀ। ਉਦੋਂ ਪਹਿਲਾਂ ਇੱਕ ਮੈਂ ਰੱਬ ਦਾ ਬੰਦਾ ਸੀਗਾ ਜੀ। ਅੱਛਾ ਬਾਬਾ ਜੀ, ਇੱਕ ਹੋਰ ਦੱਸੋ ਗੱਲ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਜਿਹੜੀ RSS ਦੀ ਨੀਤੀ ਹੈ, ਕਿਉਂਕਿ ਵੇਖੋ ਇਹ ਸਵਾਲ ਉੱਠਦੇ ਨੇ, ਤੁਸੀਂ ਆ ਭਗਵਾਂ ਪਾਇਆ ਹੋਇਆ ਨਾ, ਸਵਾਲ ਲੋਕਾਂ ਨੇ ਕਰਨੇ ਨੇ। ਬਹੁਤ ਲੋਕ ਇਹ ਕਹਿੰਦੇ ਨੇ ਵੀ ਇੱਕ ਭਗਵਾਂ ਕਰਨ ਜਾਂ RSS ਦੀ ਇੱਕ ਚਾਲ ਦੇ ਅਧੀਨ ਥਾਂ ਥਾਂ ਦੇ ਉੱਤੇ ਗਊਸ਼ਾਲਾਵਾਂ ਖੋਲ੍ਹੀਆਂ ਜਾ ਰਹੀਆਂ ਨੇ, ਜਾਂ ਜਿਹੜਾ ਭਗਵਾਂ ਕਰਨ ਦੀ ਨੀਤੀ ਹੈ ਉਹ ਇੱਦਾਂ ਗਊ ਦੇ ਰਾਹੀਂ ਪਿੰਡਾਂ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ। ਕੀ ਇਹ ਸੱਚ ਹੈ ਇੱਦਾਂ? ਦੇਖੋ ਜੀ, ਕਿਸੇ ਦੀ ਮੈਂ ਕਹਿ ਨਹੀਂ ਸਕਦਾ ਵੀ ਆਪਣੀ ਗਊਸ਼ਾਲਾ ਤੋਂ ਪਾਸੇ ਕੋਈ ਹੋ ਸਕਦਾ। ਠੀਕ ਹੈ ਜੀ, ਆਪਣਾ ਖੁੱਲ੍ਹਾ ਚੈਲੰਜ ਆ, ਖੁੱਲ੍ਹਾ ਸੱਦਾ ਜੀ। ਸਪਸ਼ਟ ਕਰ ਦੇਵੇ ਕੋਈ ਵੀ ਇਹ ਵਾਕਿਆ ਹੀ ਇਹ ਚੀਜ਼ ਨਾਲ ਬਣਾਈ ਗਈ ਹੈ ਜੀ। ਜੋ ਸੰਗ ਸਜ਼ਾ ਦੇਊਗੀ ਖਿੜੇ ਮੱਤੇ ਪ੍ਰਵਾਨ ਹੈ ਜੀ। ਅਸੀਂ ਤਾਂ ਮਹਾਰਾਜ ਇੱਕ ਬੱਚਿਆਂ ਨੂੰ ਜਿਵੇਂ ਆਪਣੇ ਨੌਜਵਾਨ ਪਨੀਰੀ ਨਸ਼ੇ 'ਚ ਲਿਜਾ ਰਹੀ ਹੈ ਜੀ। ਬਾਕੀ ਕਦੋਂ ਵੀ ਤੁਸੀਂ ਚੋਰੀ ਆਓ ਬਿਗ ਬੈਨ ਦੱਸੇ ਤੋਂ, ਆਪਣੀ ਗਊਸ਼ਾਲਾ ਵਿੱਚ ਜਰਦਾ ਲਾਉਣ ਵਾਲਾ ਵੀ ਕਿਤੇ ਐਂਟਰ ਹੁੰਦਾ ਨਾ ਜੀ, ਸਜ਼ਾ ਆਪਾਂ ਭੁਗਤਣ ਨੂੰ ਤਿਆਰ ਹਾਂ ਜੀ। ਠੀਕ ਹੈ ਨਾ ਜੀ, ਇਸ ਗਊਸ਼ਾਲਾ ਵਿੱਚੋਂ ਗਰੀਬ ਬੱਚੇ ਪੜ੍ਹ ਰਹੇ ਆ ਜੀ, ਜਿਨ੍ਹਾਂ ਦੀ ਅਸੀਂ ਫੀਸ ਵੀ ਇਹੀ ਪੇ ਕਰਦੇ ਹਾਂ ਜੀ। ਫਿਰ ਇੱਕ ਗੱਲ ਹੋਰ ਵੱਡੀ, ਆਪਣੇ ਗਊਸ਼ਾਲਾ ਵਿੱਚ ਗੋਲਕ ਤੇ ਗਰਾਈ ਵਿਖਾ ਦਿਓ ਜੀ, ਚਾਹੇ ਬਾਬਾ ਗਰਾਈ ਲੈ ਕੇ ਚੱਲਦਾ ਜੀ। ਭਗਵਾਂ ਇੱਕ ਅੱਗ ਦਾ ਰੰਗ ਆ, ਸਭ ਕੁਛ ਮਹਾਰਾਜ ਜੀ ਸਾੜ ਕੇ ਅੱਗ ਵਿੱਚ ਵੜਨਾ ਪੈਂਦਾ। 26 ਜੀ ਘਰ ਦੇ ਛੱਡ ਕੇ ਆਏ, 17 ਸਾਲ ਹੋ ਗਏ ਆ ਜੀ। ਠੀਕ ਹੈ ਜੀ, ਜੋ ਕੋਈ ਇਹ ਵੀ ਕਹਿ ਦੇਵੇ ਜੀ ਕੋਈ ਐਸ਼ ਪ੍ਰਸਤੀ ਨੂੰ ਨਾ, ਮਹਾਰਾਜ ਜੀ ਸੰਪਤੀਆਂ ਜੋੜ ਜੋੜ ਕੇ ਮਹਾਰਾਜ ਜੀ ਕੌਣ ਲੈ ਗਿਆ। ਠੀਕ ਹੈ ਨਾ ਜੀ, ਬਾਕੀ ਜੇ ਗੱਲ ਕੀਤੀ ਅੱਜ ਅਸੀਂ ਉਹਨਾਂ ਪੂਰਨਾਂ 'ਤੇ ਚੱਲ ਰਹੇ ਹਾਂ, ਕੱਲ੍ਹ ਦਾ ਮਹਾਰਾਜ ਪਤਾ ਕੋਈ ਨਹੀਂ ਗਾ। ਉਹਦੀ ਦਿੱਤੀ ਬੁੱਧੀ ਆ, ਉਹਦਾ ਦਿੱਤਾ ਦਿਮਾਗ ਆ, ਸਭ ਸਰੀਰ ਹੀ ਉਹਦਾ ਮਹਾਰਾਜ ਜੀ। ਬਹੁਤ ਲੋਕ ਇਹ ਵੀ ਮੰਨਦੇ ਆ, ਤਰਕ ਕਰਨ ਵਾਲੇ ਲੋਕ ਕਹਿ ਲਓ ਜਾਂ ਆਮ ਲੋਕ, ਵੀ ਸਾਂਝੀਆਂ ਸਥਾਨਾਂ ਦੇ ਉੱਪਰ, ਸਾਂਝੀਆਂ ਜ਼ਮੀਨਾਂ ਦੇ ਉੱਪਰ, ਸ਼ਾਮਲਾਟਾਂ ਦੇ ਉੱਪਰ ਕਬਜ਼ਾ ਕਰਨ ਦੀ ਬਿਰਤੀ ਦੇ ਨਾਲ ਕਈ ਲੋਕ ਸੰਸਥਾਵਾਂ ਖੋਲ੍ਹ ਲੈਂਦੇ ਆ, ਗਊਸ਼ਾਲਾਵਾਂ ਖੋਲ੍ਹ ਲੈਂਦੇ ਆ। ਕਿ ਇੱਦਾਂ ਹੁੰਦਾ? ਤੁਸੀਂ ਜਿਹੜਾ ਇਹ ਕਬਜ਼ਾ ਕੀਤਾ, ਕੋਈ ਇੱਦਾਂ ਤੁਹਾਡਾ ਵੀ ਹੈ? ਜਿਹੜੇ ਪ੍ਰਾਪਰਟੀ ਬਣਾਉਂਦੇ ਆ ਜੀ, ਇੱਥੋਂ ਕਮਾਈ ਕਰਦੇ ਆ, ਉਹ ਤਾਂ ਸਾਫ਼ ਹੀ ਤੁਹਾਨੂੰ ਪਤਾ ਲੱਗੀ ਜਾਂਦਾ ਜੀ। ਠੀਕ ਹੈ ਨਾ ਜੀ, ਪਰ ਜਿੰਨਾ ਚਿਰ ਦਾਸ ਦੇ ਸਵਾਦ 'ਚ ਸਵਾਸ ਆ, ਕੋਈ ਇਹੋ ਜਿਹੀ ਗੱਲ ਦਿਸੇ ਤਾਂ ਜੋ ਸੰਗਤ ਜੁਰਮਾਨਾ ਲਾਊਗੀ, ਤਨਖਾਹ ਲਾਊਗੀ, ਦੇਣ ਨੂੰ ਤਿਆਰ ਆ ਮਹਾਰਾਜ ਜੀ। ਜਿਹੜੀ ਤੁਸੀਂ ਇਹ ਗਊਸ਼ਾਲਾਵਾਂ ਚਲਾ ਰਹੇ ਹੋ ਵਾਹ ਵਾਲੀ, ਇਹ ਸ਼ਾਮਲਾਟ ਦੀ ਥਾਂ ਦੇ ਵਿੱਚ, ਔਰ ਇਹ ਪੰਚਾਇਤ ਵੱਲੋਂ ਲੋਕਾਂ ਵੱਲੋਂ ਦਿੱਤੀ ਗਈ ਤੁਹਾਨੂੰ? ਹਾਂਜੀ ਹਾਂਜੀ, ਸਾਰਾ ਨਗਰ ਨਾਲ ਸੀ, ਹਜੇ ਵੀ ਨਗਰ ਸਾਰਾ ਨਾਲ ਹੈ ਜੀ। ਬਹੁਤ ਵੱਡਾ ਸੰਯੋਗ ਹੈ ਨਗਰ ਦਾ ਜੀ।
ਜਿਹੜਾ ਆਪਣਾ ਨਗਰ ਆ ਨਾ ਜੀ, ਜੇ ਗੱਲ ਕਰੀਏ ਆਪਣੇ ਪਿੰਡ ਵਿੱਚ ਜਾਤ ਅਭਿਮਾਨੀ ਲੋਕ ਨਹੀਂਗੇ ਜੀ। ਅੱਛਾ। ਜੇ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਜੀ, ਉਹ ਵੀ ਸਾਡੇ ਇੱਕ ਆ ਜੀ। ਸ਼ਮਸ਼ਾਨ ਦੀ ਗੱਲ ਕਰੀਏ, ਉਹ ਵੀ ਇੱਕ ਆ ਜੀ। ਕੋਈ ਵੀ ਸੰਸਥਾ ਜੇ ਗੱਲ ਕਰਦੇ ਆ ਜੀ, ਬਹੁਤ ਵੱਡੀ ਦੇਣ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਣੇ ਨਗਰ ਨੂੰ ਜੀ। ਸਾਰੇ ਏਕਤਾ ਨਾਲ ਰਹਿੰਦੇ ਨੇ ਜੀ। ਭਾਂਡੇ ਵੀ ਸਾਡੇ ਇੱਕ ਹੀ ਨੇ ਜੀ। ਗੁਰਦੁਆਰਾ ਸਾਹਿਬ ਵੀ ਆ, ਹੁਣ ਸਮਾਗਮ ਕਰਾਉਣੇ ਆ ਤਾਂ ਵੀ ਇੱਕ ਥਾਲੀ ਖਾਂਦੇ ਨੇ ਲੋਕ ਜੀ। ਅੱਛਾ ਬਾਈ, ਕਿੰਨੇ ਭੈਣ ਭਰਾ ਹੋ? ਅਸੀਂ ਘਰ ਵਿੱਚ 4 ਭੈਣਾਂ ਜੀ, 2 ਭਾਈ ਆ ਜੀ। ਚਾਰੇ ਭੈਣਾਂ ਵਿਆਹੀਆਂ ਹੋਈਆਂ ਨੇ ਜੀ, ਬ੍ਰਦਰ ਵਿਆਹਿਆ ਹੋਇਆ ਜੀ, ਤੇ ਆਪਾਂ ਨਹੀਂ ਹੈ ਜੀ। ਕਦੇ ਮਾਂ ਪਿਓ ਇੰਜ ਨਹੀਂ ਕਹਿੰਦਾ ਵੀ ਤੈਨੂੰ ਜੰਮਿਆ ਸੀ, ਪਾਲਿਆ ਸੀ, ਸਾਡੀ ਸੇਵਾ ਕਰੇਗਾ ਤੇ ਤੂੰ ਸਾਡੀ ਸੇਵਾ ਛੱਡ ਕੇ ਤੇ ਤੂੰ ਗਊਆਂ ਦੀ ਸੇਵਾ ਕਰਨ ਲੱਗ ਪਿਆ? ਕਹਿੰਦੇ ਕਦੇ ਘਰ ਦੇ ਇਦਾਂ? ਉਹ ਤਾਂ ਅਟਲ ਸਚਾਈ ਮਹਾਰਾਜ ਜਿੱਦੇ ਬਿਰਧ ਹੋਈ ਕਰਾਂਗੇ। ਉਹ ਤਾਂ ਮਹਾਰਾਜ ਜੀ ਕਿਰਤ ਕਰਨ ਦਾ ਹਰ ਇੱਕ ਨੂੰ ਕਿਹਾ ਗਾ। ਜਿੱਦੇ ਹੁਣ ਵੀ ਮਾਤਾ ਜੀ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ, ਮਹਾਰਾਜ ਜੀ ਘਰੇ ਤਾਂ ਜਾਂਦੇ ਨਹੀਂ ਤੇ ਸੱਦ ਲਈਦਾ ਉਹਨੂੰ। ਉਹ ਨਾ ਮੈਨੂੰ ਕੋਈ ਕਹਿ ਹੀ ਸਕਦਾ ਮੇਰੇ ਰੱਬ ਦੀ ਪੂਜਾ ਕਰਨ ਤੋਂ। ਠੀਕ ਹੈ ਮਹਾਰਾਜ ਜੀ। ਬਾਕੀ ਜੇ ਗੱਲ ਕਰੀਏ, ਆਪੋ ਆਪਣੇ ਘਰੇ ਵਧੀਆ ਸੈਟਲ ਨੇ ਸਾਰੇ, ਹੈ ਨਾ ਜੀ। ਮਾਤਾ ਦੀ ਪੈਨਸ਼ਨ ਆਉਂਦੀ ਆ, ਕੋਈ ਆਪਾਂ ਘਰੋਂ ਭੁੱਖੇ ਮਰਦੇ ਸਾਧ ਨਹੀਂ ਬਣੇ ਸੀ ਮਹਾਰਾਜ ਜੀ, ਰਾਜੇ ਘਰ ਦੇ ਪੁੱਤਾਂ ਜੀ। ਠੀਕ ਹੈ ਨਾ ਜੀ। ਹਾਂ ਕੋਈ ਇਹ ਵੀ ਸਾਬਤ ਕਰ ਦੇਵੇ ਕਿ ਇਹ ਘਰੇ ਜਾਂਦਾ ਜਾਂ ਘਰੇ ਕੁਛ ਦਿੰਦਾ, ਤਾਂ ਵੀ ਗੱਲ ਹੈ ਜੀ। ਕਿਉਂ ਸਵਾਮੀ ਮਹਾਰਾਜ ਕਹਿੰਦੇ ਗਊ ਗਰੀਬ ਦਾ ਖਾਣਾ। ਠੀਕ ਹੈ ਨਾ ਜੀ। ਕਹਿੰਦਾ ਗਊ ਧੀ ਦਾ ਖਾਂਦਾ ਉਤਰਾ ਹੀ ਜਾਂਦਾ। ਠੀਕ ਹੈ ਜੀ। ਇਹ ਗਊਆਂ ਦਾ ਪੈਸਾ, ਕਈ ਗਊਆਂ ਦੇ ਨਾਂ 'ਤੇ ਚਲੋ ਠੀਕ ਹੈ, ਉਹਨਾਂ ਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੈਂ ਸਾਰੇ ਮੇਰੇ ਸਤਿਕਾਰਯੋਗ। ਕਿਉਂ ਘੱਟ ਘੱਟ ਮੈਂ ਹਰ ਜੂ ਬਸ, ਹੈ ਨਾ ਜੀ। ਸਾਰੇ ਵਧੀਆ। ਬਾਈ ਤੁਸੀਂ ਕਹਿੰਦੇ ਹੋ ਵੀ ਮੈਂ 27 ਲੱਖ ਰੁਪਏ ਦਾ ਕਰਜ਼ਾਈ ਆ। ਅੱਜ ਤੱਕ ਕੋਈ ਧਾਰਮਿਕ ਸੰਸਥਾ ਜਾਂ ਕੋਈ ਵੀ ਸਮਾਜ ਸੇਵੀ ਬੰਦਾ ਇਹ ਤਾਂ ਸੁਣਿਆ ਵੀ ਇੰਨੇ ਲੱਖਾਂ ਖਾ ਗਿਆ, ਵੀ ਉਹ ਸੰਸਥਾ ਨੂੰ ਇੰਨੇ ਲੱਖਾਂ ਭੇਜੇ ਜੀ, ਉਹ ਸਮਾਜ ਸੇਵੀ ਸੀ ਇੰਨੇ ਲੱਖਾਂ ਰੁਪਈਆ ਖਾ ਗਿਆ। ਤੁਸੀਂ ਪਹਿਲੇ ਬੰਦੇ ਸਾਨੂੰ ਮਿਲੋ ਜਿਹੜੇ ਕਹਿੰਦੇ ਮੈਂ 27 ਲੱਖ ਰੁਪਏ ਦਾ ਕਰਜ਼ਾਈ ਹੈ। ਕਾਰਨ ਕੀ ਬਣਿਆ ਇਹਦਾ? ਮਹਾਰਾਜ ਡੇਲੀ 15,000 ਦਾ ਖਰਚਾ, 5 ਬੋਰੀਆਂ ਫੀਡ ਦੀਆਂ ਪੈਂਦੀਆਂ, 1600 ਨੂੰ ਫੀਡ ਹੋ ਗਈ ਹੈ ਜੀ। ਆ ਟਰੈਕਟਰ ਜਾਂਦਾ ਹੁਣ ਪੱਠੇ ਲੈਣ ਜਾਂਦਾ ਮਹਾਰਾਜ ਜੀ। ਲੰਗਰ 24 ਘੰਟੇ ਚੱਲਦਾ ਜੀ। ਡੇਲੀ 250-300 ਬੰਦਾ ਪ੍ਰਸ਼ਾਦਾ ਛਕਦਾ ਜੀ। ਕੋਈ ਇਹ ਵੀ ਸਪਸ਼ਟ ਕਰਦੇ ਬਾਬੇ ਦਾ ਡਰਮ ਭਰਿਆ ਜੀ। ਪਤਾ ਹੀ ਨਹੀਂ ਮੇਰੇ ਵਾਹਿਗੁਰੂ ਦੀ ਕਿਰਪਾ ਦਾ ਜੀ। ਉਹ ਮੇਰੇ ਵੱਸੋਂ ਕੰਮ ਬਾਹਰ ਹੈ ਜੀ। ਡੇਲੀ ਇੱਥੋਂ ਪ੍ਰਸ਼ਾਦਾ ਵੀ ਛਕ ਕੇ ਜਾਂਦੇ ਨੇ ਜੀ, ਸੌਦਾ ਵੀ ਕੋਈ ਦੇ ਜਾਂਦਾ ਜੀ, ਕਣਕ ਵੀ ਕੋਈ ਦੇ ਜਾਂਦਾ ਜੀ। ਕਿਉਂ ਮੇਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਗੱਲ ਕਹੀ ਸੀ, ਮੇਰਾ ਬਾਪੂ ਭਿਖਾਰੀ ਨਹੀਂ ਸੀਗਾ ਜੀ। ਠੀਕ ਹੈ ਨਾ ਜੀ। ਮੈਂ ਬਾਦਸ਼ਾਹ ਬਾਪੂ ਦਾ ਪੁੱਤ ਹਾਂ ਜੀ। ਉਹਦੀ ਚਲੋ ਨਿਤਨੇਮ ਕਰਦੇ ਆ ਜੀ, ਦੇਈ ਜਾਂਦਾ ਜੀ। ਉਹ ਨਹੀਂ ਕੋਈ ਤੁਸੀਂ ਆਪਦੇ ਬੱਚਿਆਂ ਨੂੰ ਭੁੱਖੇ ਰੱਖੋਗੇ ਜੀ, ਫਿਰ ਉਹ ਕਿਵੇਂ ਰੱਖ ਸਕਦਾ ਸਾਰੀ ਸ੍ਰਿਸ਼ਟੀ ਨੂੰ? ਉਹ ਸਾਰੀ ਸ੍ਰਿਸ਼ਟੀ ਨੂੰ ਇਹ ਰੱਖ ਸਕਦਾ ਜੀ ਭੁੱਖੇ? ਤੁਹਾਨੂੰ ਆਪਣੇ ਬੱਚੇ ਦਾ ਫਿਕਰ ਆ, ਉਹਨੂੰ ਸਾਰੇ ਬੱਚੇ ਦਾ ਫਿਕਰ ਆ। ਕਿਉਂ ਉਹ ਆਪਣਾ ਪਰਮ ਪਿਤਾ ਪਰਮਾਤਮਾ ਜੀ। ਠੀਕ ਹੈ ਨਾ ਜੀ। ਜੇ ਗੱਲ ਕੀਤੀ ਜਾਵੇ ਮਹਾਰਾਜ ਜੀ, ਬਾਕੀ ਦੁਨੀਆ ਤਾਂ ਇੱਕ ਸਵਾਲ ਕਰਨ ਨੂੰ ਆ ਜੀ। ਠੀਕ ਹੈ ਨਾ ਜੀ। ਬਾਕੀ ਉਹ ਤੁਸੀਂ ਆ ਕੇ, ਮੈਂ ਸੋਸ਼ਲ ਮੀਡੀਆ 'ਚ ਆਉਣਾ ਨਹੀਂ ਚਾਹੁੰਦਾ ਸੀਗਾ ਨਾ ਜੀ। ਅਤੇ ਬਾਕੀ ਉਹਨਾਂ ਸੰਗਤਾਂ ਦੇ ਸਵਾਲ ਦੇ ਜਵਾਬ ਵੀ ਕਈ ਵਿੱਚ ਦਿਲ 'ਚ ਹੀ ਰੱਖੀ ਬੈਠੇ ਹੁੰਦੇ ਨਾ ਜੀ। ਅਤੇ ਬਾਕੀ ਇਹ ਮੈਂ ਸਭ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ, ਇਹਨੂੰ ਗਊਆਂ ਨੂੰ ਕਿਸੇ ਧਰਮ ਨਾਲ ਨਾ ਜੋੜੋ ਜੀ। ਇਹ ਤਾਂ ਇੱਕ ਇਨਸਾਨੀਅਤ ਸਮਝੋ। ਵੇਖੋ ਇੱਕ ਪਾਸੇ ਕਹਿੰਦੇ ਸਾਡੇ ਨੁਕਸਾਨ ਹੋ ਰਹੇ ਆ, ਸਾਡੇ ਇਲਾਕੇ ਨੂੰ ਪੁੱਛੋ ਕਿੰਨਾ ਸੁਖੀ ਹੈ ਜੀ। ਠੀਕ ਹੈ ਜੀ। ਹੁਣ ਆਹੀ 250-300 ਗਊ ਬਾਹਰ ਕੱਢਦੇ ਨੇ, ਫਿਰ ਨੁਕਸਾਨ ਨਾ ਹੋਊਗਾ, ਫਿਰ ਐਕਸੀਡੈਂਟ ਹੋਣਗੇ। ਅੱਛਾ ਬਾਈ, ਕਿਉਂਕਿ ਖਾਸ ਕਰ ਠੰਡ ਦੇ ਵਿੱਚ ਜਿਹੜੀਆਂ ਗਊਆਂ ਨੇ ਉਹ ਸੜਕਾਂ ਦੇ ਉੱਤੇ ਚੱਲਦੀਆਂ ਨੇ, ਐਕਸੀਡੈਂਟ ਦਾ ਕਾਰਨ ਬਣਦੀਆਂ, ਲੋਕਾਂ ਦੀ ਖੇਤੀ ਫਸਲ ਉਜਾੜ ਦਿੰਦੀਆਂ। ਤੇ ਹੁਣ ਤੁਸੀਂ ਇਹਨਾਂ ਗਾਵਾਂ ਨੂੰ ਸਾਂਭ ਲਿਆ ਸਾਰਿਆਂ ਨੂੰ ਇੱਥੇ, ਫਿਰ ਜਿਹੜੇ ਕਿਸਾਨਾਂ ਦੀਆਂ ਉਹ ਫਸਲਾਂ ਉਜੜਨੋਂ ਹਟ ਗਈਆਂ, ਫਿਰ ਉਹ ਸਹਾਇਤਾ ਕਰਦੇ ਨੇ ਤੁਹਾਡੀ? ਮਹਾਰਾਜ ਜੀ 2.25 ਮਰਲੇ ਘਰੋਂ ਥਾਂ ਦੇ ਆਉਂਦੇ ਆ ਜੀ। 2.25 ਮਰਲੇ ਜਿਹਦੇ ਵਿੱਚ ਕਮਰਾ ਵੀ ਨਹੀਂ ਪੈਂਦਾ। ਠੀਕ ਹੈ ਨਾ ਜੀ। ਬਾਕੀ ਜੇ ਗੱਲ ਕਰੀਏ, ਆ ਹੁਣ 400 ਟਰਾਲੀ ਤੂੜੀ ਦੀ ਹੁੰਦੀ, ਉਹ ਕਿੱਥੋਂ ਆਉਂਦੀ ਹੈ ਜੀ? ਸਾਡੇ ਸਿੱਖ ਭਰਾ ਹੀ ਕਰ ਰਹੇ ਨੇ ਜੀ। ਠੀਕ ਹੈ। ਪਿੰਡਾਂ ਵਿੱਚ ਕੌਣ ਹੁੰਦੇ ਆ? ਸਾਡੇ ਜ਼ਿਮੀਂਦਾਰ ਭਰਾ ਹੀ ਨੇ ਜੀ। ਸਲੂਟ ਆ ਉਹਨਾਂ ਨੂੰ ਜੀ। ਠੀਕ ਹੈ ਜੀ। ਉਹੀ ਪੱਠੇ ਦਿੰਦੇ ਆ, ਉਹ ਜਿਹੜੀ ਜ਼ਮੀਨਾਂ ਵਿੱਚੋਂ ਤੂੜੀ ਦਿੰਦੇ ਆ ਜੀ। ਠੀਕ ਆ ਜੀ। ਆ ਲੰਗਰ ਚੱਲ ਰਹੇ ਆ ਜੀ, ਕਣਕ ਕਿੱਥੋਂ ਆਉਂਦੀ ਹੈ ਜੀ? ਠੀਕ ਹੈ ਨਾ ਜੀ। ਬਾਕੀ ਜੇ ਗੱਲ ਕਰੀਏ, ਅਸੀਂ ਤਾਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਪਰੰਪਰਾ ਪਰਮਾਤਮਾ ਦੇ ਜਿਹੜਾ ਅੱਜ ਅੰਦੋਲਨ ਵੀ ਹੋ ਰਿਹਾ ਜੀ, ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਜੀ। ਅਸੀਂ ਤਾਂ ਉਹਦੇ ਮੂਹਰੇ ਕਹਿ ਸਕਦੇ ਜੀ। ਕਿਉਂ ਸਾਡੀ ਸੱਚੀ ਸਰਕਾਰ ਤਾਂ ਉਹ ਵਾਹਿਗੁਰੂ ਹੈ ਜੀ। ਅਸੀਂ ਤਾਂ ਕਿਸੇ ਬੰਦੇ ਮੂਹਰੇ ਤਾਂ ਮਿਹਨਤ ਨਹੀਂ ਕਰ ਸਕਦੇ। ਠੀਕ ਹੈ ਜੀ। ਅਸੀਂ ਉਹਦੇ ਮੂਹਰੇ ਕੱਢਾਂਗੇ, ਉਹਦੀ ਮਰਜ਼ੀ ਮਿੰਟੋ ਮਿੰਟ ਘਕਾ ਸਕਦਾ ਜੀ ਕਿ ਗੇਮ ਨੂੰ। ਠੀਕ ਹੈ ਨਾ ਜੀ। ਬਾਕੀ ਪਤਾ ਇਹੀ ਗੱਲ ਕਰਦੇ, ਮੈਂ ਤੁਹਾਡਾ ਆਪਣਾ ਵੀਰ ਹਾਂ, ਤੁਹਾਡਾ ਬੱਚਾ ਹਾਂ ਜੀ। ਮਹਾਰਾਜ ਬਾਬਾ ਸ਼ਬਦ ਤੁਸੀਂ ਵਰਤਨੇ, ਸੰਗਤ ਵਰਤਣੀ, ਮੈਂ ਬਾਬਾ ਸ਼ਬਦ ਨੇ ਬਹੁਤ ਮਹਾਰਾਜ ਜੀ ਮੈਂ ਘੱਟ ਕਰ ਵਰਤੇ ਖੁਸ਼ ਹਾਂ। ਮੈਂ ਸੰਦੀਪ ਸਿੰਘ ਵੀ ਲਾ ਸਕਦਾ ਸੀਗਾ ਜੀ। ਸੋਨੀ ਬਾਬਾ ਜਾਣੀ ਕਿ ਕੋਈ ਮੇਰੀ ਨਹੀਂ, ਮੈਂ ਨਹੀਂ ਇਹ ਚੀਜ਼ ਨੂੰ ਲੈ ਕੇ ਚੱਲਦਾ ਅੱਗੇ। ਨਹੀਂ ਸਾਡੇ ਤਾਂ 9 ਸਾਲ ਦੇ ਵੀ ਬਾਬੇ ਨੇ। ਹਾਂਜੀ ਹਾਂਜੀ। ਇਹ ਤਾਂ ਕਰਨੀ ਹੈ, ਇਸ ਦੇ ਹਿਸਾਬ ਨਾਲ ਨਹੀਂ ਹੁੰਦਾ। ਜੇ ਕਮਾਈ ਦੀ ਗੱਲ ਕਰੀਏ ਨਾ, ਹੁਣ ਜੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਜੀ, ਬਾਬੇ ਤਾਂ ਉਹੀ ਸੀ ਨਾ। ਧੰਨ ਧੰਨ ਬਾਬਾ ਦੀਪ ਸਿੰਘ ਸੀਗੇ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੀਗੇ ਨਹੀਂ।
ਹਨਾ ਜੀ। ਜੇ ਗੱਲ ਕਰੀ ਬਾਬੇ ਦਾ ਫਿਰ ਉਹਨਾਂ ਦੇ ਹਨਾ ਜੀ ਬਾਬਾ ਸ਼ਬਦ ਉਹਨਾਂ ਨੂੰ ਸ਼ਰੋਭਤ ਹੈ ਜੀ ਹਨਾ ਜੀ। ਆਪਾਂ ਤਾਂ ਇੱਕ ਨਾ ਚੀਜ਼ ਆ ਜੀ ਹਨਾ ਜੀ। ਹੁਣ ਤਾਂ ਮੈਂ ਨਾ ਸ਼ੁਕਰਾ ਵੀ ਹਾਂ ਕਿਉਂ ਜੇ ਗੱਲ ਕੀਤੀ ਹੈ ਆ ਕਿਹਦਾ ਦਿੱਤਾ ਉਹ ਪਰਮ ਪਿਤਾ ਪਰਮਾਤਮਾ ਦਾ। ਅਸੀਂ ਤਾਂ ਮਾਰੇ ਕੇ ਵੀ ਨਿਤਨੇਮ ਵੱਲੋਂ ਵੀ ਰਹਿ ਜਾਂਦੇ ਹਾਂ ਹਨਾ ਜੀ। ਅੱਛਾ ਬਾਬਾ ਜੀ ਕਈ ਲੋਕ ਇਦਾਂ ਕਹਿੰਦੇ ਨੇ ਵੀ ਡਾਲਰ ਆਉਂਦੇ ਨੇ ਬਾਹਰੋਂ, ਹਾਂਜੀ ਸੱਚਾਈ ਆ ਵੀ ਡਾਲਰ ਆਉਂਦੇ ਨੇ ਬਾਹਰੋਂ? ਮਾਰੇ ਗੱਲ ਕਰੀਏ ਮੈਨੂੰ ਤਾਂ ਪੱਠੇ ਨਹੀਂ ਆਉਂਦੇ ਠੀਕ ਹੈ ਜੀ। ਜਿਨ੍ਹਾਂ ਨੂੰ ਆਉਂਦੇ ਉਹ ਸੱਚੇ ਲੋਕ ਸੱਚੇ ਨੇ ਮਹਾਰਾਜ ਜੀ। ਜਿਨ੍ਹਾਂ ਨੂੰ ਆਉਂਦੇ ਆ ਪਰ ਅੱਜ ਤੁਹਾਡੇ ਇੱਕ ਮਾਧਿਅਮ ਰਾਹੀਂ ਨਾ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਿਉਂ ਨਹੀਂ ਆਉਂਦੇ, ਇਹਦਾ ਕੀ ਕਾਰਨ ਹੈ? ਮੈਂ ਠੱਗ ਹਾਂ ਇਹੀ ਸਮਝ ਕੇ ਆਉਂਦੇ ਨੇ ਵੀ ਕਿਉਂ ਉਹ ਡਰੇ ਹੋਏ ਨੇ ਲੋਕ। ਡਰੇ ਕਹਿੰਦੇ ਅੱਗ ਦਾ ਜਲਾ ਟਟਾਣੇ ਤੋਂ ਸੱਪ ਡੈਂਗੇ ਰੱਸੀ ਤੋਂ ਪ੍ਰਾਪਰਟੀਆਂ ਬਣਾ ਲਈਆਂ। ਹੁਣ ਜੇ ਗੱਲ ਕੀਤੀ ਹੁਣ ਟਰੈਕਟਰ ਆਈ ਹੈ ਨਾ ਜੀ ਉਹ ਜੀਪ ਆ ਮੇਰੇ ਕੋਲ ਟੁੱਟੀ ਇੱਕ ਉਹ ਵੀ ਮੈਂ ਨਾਂ ਨਹੀਂ ਲਵਾਈ। ਗਊਸ਼ਾਲਾ ਵੀ ਨਾਂ ਨਹੀਂ ਗਈ ਮਹਾਰਾਜ ਜੀ। ਕਿਉਂ ਕਿਹੜੀ ਗੱਲੋਂ ਬਾਅਦ 'ਚ ਸਿਆਪੇ ਪੈਣਗੇ ਹੈ ਨਾ ਜੀ। ਹੁਣ ਸੰਗਤ ਕਹਦੇ ਬਾਬਾ ਜਾ ਵੜਾਂਗੇ ਆ ਚੋਲਾ 2 ਚੋਲੇ ਚੱਕਾਂਗੇ ਜਾ ਵੜਾਂਗੇ ਅੱਗੇ ਜਾ ਵੜਾਂਗੇ ਸੇਵਾ ਹੀ ਕਰਨੀ ਹੋਰ ਕਿਤੇ ਕਰ ਲਾਂਗੇ। ਮਹਾਰਾਜ ਜੀ ਸੰਗਤ ਇੱਕ ਬਖਸ਼ਣਯੋਗ ਵੀ ਆ ਸਵਾਲ ਕਰਨ ਯੋਗ ਵੀ ਆ ਕਿਉਂ ਸੰਗਤ ਦਾ ਹੀ ਸਭ ਖਾਂਦੇ ਆ। ਸੰਗਤ ਸੱਚੀ ਆ ਮਹਾਰਾਜ ਜੀ ਉਹਨਾਂ ਸਵਾਲ ਕਰਨੇ ਹੀ ਆ ਉਹ ਸੱਚੀ ਆ ਕਿਉਂ ਉਹਨਾਂ ਨੂੰ ਅੰਨੇ ਬਣਾ ਚੁੱਕੇ ਅਸੀਂ ਹੈ ਨਾ ਜੀ। ਪੈਸਾ ਆ ਕਾਹਦੇ ਲਈ ਰਿਹਾ ਲਾ ਕਾਹਦੇ ਲਈ ਰਹੇ ਆ ਹੈ ਨਾ ਜੀ। ਕਿਤੇ 150 ਮੈਨੂੰ ਫੜਾ ਕੇ ਹੋਣਗੇ ਆ ਵੇਖੋ ਜੀ ਹੱਥ ਗਲੇ ਪਏ ਆ। ਅਸੀਂ ਤਾਂ ਉਹ ਵੀ ਪਾਪ ਮੰਨਦੇ ਵੀ ਕਿਤੇ ਸਾਈਡ 'ਤੇ ਨਾ ਲੱਗ ਕਿਤੇ ਭੁਜਿਆ ਨਾ ਖਾ ਲਾਵੇ। ਆ ਮੇਰੀ ਮਾਂ ਦੀ ਨਿਸ਼ਾਨੀ ਜੀ ਮੇਰੇ ਕੋਲੇ ਮੇਰੀ ਬੈਂਕ ਦਾ ਆਹ ਮਹਾਰਾਜ ਜੀ ਆਵੇ ਇਹ ਪੇਸਟਿੰਗ ਕੀਤਾ ਜੀ। ਬਾਈ ਕੀ ਹੈ ਇਹ ਮੇਰੀ ਮੰਮੀ ਨੇ ਦਿੱਤਾ ਜੀ ਮੈਨੂੰ ਘਰੋਂ ਤੁਰਨ ਲੱਗੇ ਨੂੰ ਜੀ। ਅੱਛਾ ਜਦੋਂ ਤੁਸੀਂ ਘਰ ਛੱਡਿਆ? ਹਾਂਜੀ ਹਾਂਜੀ। ਅੱਛਾ ਇਹ 100 ਰੁਪਏ ਤੁਸੀਂ ਸੰਭਾਲ ਕੇ ਰੱਖਿਆ ਹੋਇਆ? ਹਾਂਜੀ ਘਰੋਂ ਤੁਸੀਂ 100 ਰੁਪਏ ਲੈ ਕੇ ਤੁਰੇ ਸੀ? ਹਾਂਜੀ। ਤੇ ਜ਼ਿੰਦਗੀ 'ਚ ਪਹਿਲੀ ਵਾਰੀ ਪਾਪਾ ਜੀ ਜੋਬ ਕਰਦੇ ਸੀਗੇ। ਜ਼ਿੰਦਗੀ 'ਚ ਪਹਿਲੀ ਵਾਰੀ ਮਾਂ ਦੇ ਜਦੋਂ ਪੈਸਾ ਵੇਖਿਆ ਤੇ 100 ਰੁਪਇਆ ਵੇਖਿਆ ਸੀਗਾ ਜੀ। ਇਹ 100 ਰੁਪਇਆ ਵੇਖਿਆ ਸੀਗਾ। ਹਾਂ ਸੰਗਤ ਇੱਕ ਸਵਾਲ ਕਰ ਸਕਦੀ ਕੋਈ ਚੱਕਰ ਨਹੀਂ ਕਹਿਣਾ ਜੀ। ਬਾਕੀ ਤੁਸੀਂ ਨੰਬਰ ਦੇ ਦਿਓ ਜੀ ਵੀ ਆਪਾਂ ਸਵਾਲ ਦੇ ਜਵਾਬ ਵੀ ਆ। ਜੇ ਕੋਈ ਗਾਲਾਂ ਕੱਢ ਜੇ ਮਾਰਾ ਤਾਂ ਕੋਈ ਨਹੀਂ ਕਹਿਣਾ ਜੀ। ਜੇ ਕੋਈ ਚੰਗਾ ਕਹੇ ਤਾਂ ਕੋਈ ਨਹੀਂ ਕਹਿਣਾ ਜੀ। ਸੰਗਤ ਆ ਨਾ ਹਨਾ ਕੁਝ ਵੀ ਕਹਿ ਸਕਦੀ। ਸੰਗਤ ਦਾ ਖਾ ਰਹੇ ਨਾ ਮਹਾਰਾਜ ਜੀ। ਜਿਹੜੀ ਤੁਸੀਂ ਡਾਲਰਾਂ ਦੀ ਗੱਲ ਕਰਦੇ ਸੰਗਤ ਬਹੁਤ ਸੱਚੀ ਆ ਜੀ। ਸੰਗਤ ਸਵਾਲ ਕਰ ਸਕਦੀ ਆ ਕਿ ਉਹਨਾਂ ਦੇ ਡਾਲਰ ਨੇ ਉਹਨਾਂ ਦਾ ਪੈਸਾ ਉਹਨਾਂ ਡਾਲਰ ਨੂੰ ਉਹ ਸਵਾਲ ਕਰ ਬਾਬਾ ਜੀ ਕਿੱਥੇ ਲਾਇਆ। ਇਸੇ ਕਰਕੇ ਮੈਂ ਜਿਹੜੀ ਗਊਸ਼ਾਲਾ ਬਣੀ ਹੁਣ ਇਹ ਵੀ ਸਵਾਲ ਕਰਨਗੇ ਵੀ ਇਹ ਫਿਰ ਬਣਿਆ ਕਿਵੇਂ ਪੈਸੇ ਹੀ ਫੜਦੇ ਨੇ ਕਿਸੇ ਤੋਂ। ਤੁਸੀਂ ਉਹ ਤਾਂ ਸਵਾਲ ਹੈ ਇੰਨਾ ਵੱਡਾ ਤੁਸੀਂ ਹੁਣ ਤਾਮ ਝਾਮ ਇਹ ਬਣਾ ਲਿਆ ਹੈ ਇਹ ਬਣਿਆ ਕਿਵੇਂ ਜੇ ਪੈਸਾ ਨਹੀਂ ਆਉਂਦਾ ਤਾਂ? ਅੱਛਾ ਜੀ ਬਾਬਾ ਜੀ 10,000 ਰੁਪਇਆ ਦੇਣਾ ਐਕਟ ਲੈ ਦੋ ਆਪਾਂ ਸ਼ੈੱਡ ਪਾ ਲੈਂਦੇ ਹਾਂ। ਬਾਬਾ ਜੀ 5,000 ਰੁਪਇਆ ਦੇਣਾ ਦਾਣਾ ਲੈ ਦੋਗਾ ਭੁੱਖੀਆਂ ਰੱਜ ਲੈਣਗੀਆਂ। ਪੈਸੇ ਲੈ ਕੇ ਵੀ ਮੈਂ ਦਾਣਾ ਫਿਰ ਅਗਲਾ ਸਵਾਲ ਦਾ ਜਵਾਬ ਬਣਾਂਗੇ। ਅਗਲਾ ਹੱਥੀ ਦਾਣਾ ਪਾ ਗਿਆ ਹੱਥੀ ਕਮਰਾ ਪਵਾ ਗਿਆ ਠੀਕ ਹੈ ਨਾ ਜੀ। ਹੱਥੀ ਸਾਰਾ ਉਹ ਕਰਦੇ ਨਾਲੇ ਦਾ ਮਨ ਸੰਤੁਸ਼ਟ। ਅਸੀਂ ਗੋਲਕ ਤਾਂ ਨਹੀਂ ਰੱਖੀ ਮਹਾਰਾਜ ਜੀ। ਤੁਸੀਂ ਇੱਕ ਅਸੀਂ ਮੈਂ ਵੀ ਗੱਲ ਕਹਿੰਦੇ ਸੀ ਜੀ ਮਹਾਰਾਜ ਜੀ ਵੀ ਜਿਵੇਂ ਤੁਸੀਂ ਆਪਣਾ ਪੈਸੇ ਦੇ ਕੇ ਅਗਰਾਈ ਕਰਨ ਜਾਂਦੇ ਹੋ ਗੋਲਖ ਨਹੀਂ ਰੱਖੀ। ਮੈਂ ਬਾਦਸ਼ਾਹ ਬਾਪੂ ਦਾ ਪੁੱਤ ਜੀ। ਮੈਂ ਭੀਖ ਨਹੀਂ ਮੰਗਣ ਜਾਂਦਾ ਕਿਸੇ ਤੋਂ। ਬਾਦਸ਼ਾਹ ਬਾਪੂ ਆ ਮੇਰਾ ਤਿੰਨਾਂ ਲੋਕਾਂ ਧਰਤੀ ਆਕਾਸ਼ ਪਤਾਲ ਦਾ ਮਾਲਕ ਆ। ਉਹ ਮੈਨੂੰ ਜਦੋਂ ਜਨਮ ਉਹਨੇ ਦਿੱਤਾ ਤੇ ਫਿਰ ਫਿਕਰ ਵੀ ਮੇਰਾ ਉਹਨੂੰ ਹੀ ਆ ਨਾ ਮਹਾਰਾਜ ਜੀ। ਇਹ ਨਹੀਂ ਗੱਲ ਨਹੀਂ ਕੋਈ ਕਹਿ ਵੀ ਦੇਵੇ ਵੀ ਹਾਂ। ਅੱਛਾ ਬਾਈ ਲਾਸਟ ਸਵਾਲ ਇੱਕ ਕਈ ਲੋਕ ਇਹ ਕਹਿੰਦੇ ਵੀ ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਹੁੰਦੀਆਂ ਉਹ ਤਾਂ ਗਊਸ਼ਾਲਾ ਵਾਲੇ ਸੰਭਾਲ ਲੈਂਦੇ ਆ। ਜਿਹੜੀਆਂ ਗਊਆਂ ਫੰਡਰ ਹੋ ਜਾਂਦੀਆਂ ਉਹਨਾਂ ਨੂੰ ਡੰਗ ਮਾਰ ਕੇ ਬਾਹਰ ਸੁੱਟ ਦਿੰਦੇ ਆ। ਹੁੰਦਾ ਇਦਾਂ ਤੁਹਾਡੇ ਨਹੀਂ ਹੁੰਦਾ ਹੋਣਾ ਆਸੇ ਪਾਸੇ ਕੀ ਕਹੋਗੇ ਇਹਦੇ ਬਾਰੇ? ਮੈਂ ਦੱਸਣਾ ਮਹਾਰਾਜ ਮੈਂ ਤਾਂ ਆਪਦੇ ਭਰਾ ਦੀ ਸਹੁੰ ਨਹੀਂ ਦੇ ਸਕਦਾ। ਆ 2 ਗਊਆਂ 300 ਡੇਲੀ ਮੁੱਲ ਦੁੱਧ ਆਉਂਦਾ ਮਹਾਰਾਜ ਜੀ ਆਪਣਾ। 250 ਗਊ ਜ਼ਖਮੀ ਆ ਕੋਈ ਬਿਮਾਰ ਆ ਠੀਕ ਆ ਨਾ ਜੀ। ਉਹੀ ਤਾਂ ਗੱਲ ਕਰਦੇ ਵੀ ਅੱਜ ਮੈਂ ਇਹ ਚਲੋ 10 ਗਊਆਂ ਰੱਖਣ ਦੁੱਧ ਵਾਲੀਆਂ ਅੱਜ ਮੈਂ ਇਹੀ ਗੱਲ ਕਰ ਰਿਹਾ ਮਹਾਰਾਜ ਜੀ। ਸਾਡੇ ਸਰ ਕਰਜ਼ਾ ਨਾ ਹੀ ਗੋਲੀਆਂ ਨਿਸ਼ਾਨਾ ਬਣਾਂਗੇ ਨਾ ਕੋਈ ਗੱਦੀ ਨੂੰ ਵੇਖੂ ਵੀ ਉਹਨੂੰ ਮਾਰੀਏ ਤੇ ਆਪਾਂ ਬਹਿ ਜਾਈਏ। ਕੋਈ ਆਊਗਾ 27 ਲੱਖ ਲਾਊਗਾ ਲਾ ਕੇ ਫੇਰ ਹੀ ਬਣੂਗਾ ਨਾ ਜੀ। ਸਾਡੇ ਜੇ ਗੁਰੂ ਘਰਾਂ 'ਚ ਪੱਗਾਂ ਲੈਂਦੀਆਂ ਗਈਆਂ ਡੇਰਿਆਂ 'ਚ ਲੜਾਈਆਂ ਨੇ ਇਸੇ ਕਰਕੇ ਤਾਂ ਹੁੰਦੀਆਂ ਹੈ। ਉਹ ਕੱਚੀ ਕੁੱਲੀ ਆ ਨੀਂਦ ਦਾ ਮਾਰਾ ਕਦੇ ਐਂ ਤਾਂ ਨਹੀਂ ਵੀ 27 ਲੱਖ ਦਿਖਾ ਰਹੇ ਹੋ ਵੀ ਕੋਈ ਹੋਰ ਕਬਜ਼ਾ ਨਾ ਕਰ ਇਸ ਕਰਕੇ 27 ਲੱਖ ਦਿਖਾਈ ਚੱਲੋ। ਤੇ ਜਵਾਬ ਦੇਣ ਨੂੰ ਬੈਠੇ ਹੀ ਆਪਾਂ ਸਾਰਾ ਕੁਝ ਲਿਖਿਆ ਪਿਆ ਬਕਾਇਦਾ ਸਾਰਾ ਕੁਝ ਲਿਖਿਆ ਪਿਆ। ਆ ਜਾਓ ਉਹ ਬਕਾਇਦਾ ਨੰਬਰ ਵੀ ਦੇ ਦਿੰਦੇ ਜਿਨ੍ਹਾਂ ਦੇ ਆਪਾਂ ਦੇਣੇ ਆ ਹੈ ਨਾ ਜੀ। ਉਹਦਾ ਸੋਨੀ ਸੁਬਾਹ ਸ਼ਾਮ ਆਉਂਦੇ ਬਾਬਾ ਜੀ ਕਦੋਂ ਆਉਂਗੇ ਕਿਉਂ ਉਹ ਸੰਸਥਾ ਦੇ ਕੇ ਆਧਾਰ ਦੇ ਦਿੰਦੇ ਆ ਵੀ ਬਾਬੇ ਕੋਲੇ ਪਤਾ ਕਿੰਨਾ ਹਾਂਜੀ ਵੀ। ਬਾਕੀ ਜੇ ਗੱਲ ਹੁਣ ਇੱਕ ਦਿਨ ਪਿੱਛੇ ਆਸਟ੍ਰੇਲੀਆ 'ਚ ਫੋਨ ਆਇਆ ਸੀ ਬਾਬਾ ਜੀ ਆਦਾ ਅਕਾਊਂਟ ਨੰਬਰ ਦਿਓ ਹੈ ਹੀ ਨਹੀਂ। ਅਕਾਊਂਟ ਨੰਬਰ ਨਹੀਂ ਹੈ ਤੁਹਾਡਾ? ਆਪਾਂ ਰਹਿੰਦੇ ਸਾਵਾਂ ਤੱਕ ਕੋਈ ਇਹ ਵੀ ਗੱਲ ਕਹਿ ਦੇਵੇ ਤਾਂ ਵੀ ਆਪਾਂ ਜਵਾਬ ਦੇਣ ਨੂੰ ਬੈਠੇ ਆ ਜੀ। ਮੈਂ ਕੋਈ ਮੂੰਹ ਦਾ ਮਿੱਠੂ ਨਹੀਂ ਪਾਉਂਦਾ ਵੀ ਦੁਨੀਆ ਠੱਗਣ ਮਾਰਾ। ਮੈਂ ਕਹਿੰਦਾ ਮਾਰਾ ਬਾਈ ਕਮਾਲ ਆ ਵੈਸੇ ਤੁਹਾਡੀ ਸੰਸਥਾਵਾਂ ਅਸੀਂ ਬਹੁਤ ਦੇਖੀਆਂ ਨੇ
ਗੋਲਕ ਤੁਸੀਂ ਨਹੀਂ ਰੱਖੀ ਹੋਈ, ਅਕਾਊਂਟ ਨੰਬਰ ਤੁਹਾਡਾ ਬੈਂਕ ਦਾ ਕੋਈ ਨਹੀਂ, ਅਗਰਾਈ ਤੁਸੀਂ ਨਹੀਂ ਕਰਨ ਜਾਂਦੇ, ਜ਼ਮੀਨ ਜਾਇਦਾਦ ਕੋਈ ਗਊਸ਼ਾਲਾ ਦੇ ਨਾਂ ਹੈ ਕੋਈ ਨਹੀਂ, ਇਹ ਇੰਨਾ ਫਿਰ ਵੀ ਚੱਲੀ ਜਾਂਦਾ। ਮਹੀਨਾ ਰਹਿ ਕੇ ਵੇਖੋ ਨਾਲ, ਇੱਕ ਮਿੰਟ ਨਹੀਂ ਬਸ ਹੋਣ ਦਿੰਦੇ। ਮਹਾਰਾਜ ਜੀ ਤੁਸੀਂ ਫਿਰ ਬਾਣੀ ਨੂੰ ਮੰਨਦੇ ਹੀ ਨਹੀਂ, ਤੁਸੀਂ ਬਾਣੀ ਪੜ੍ਹ ਕੇ ਤਾਂ ਵੇਖੋ, ਉਹਦਾ ਰਸਤਾ ਮੰਨ ਕੇ ਵੇਖੋ, ਉਹਦਾ ਸਿਮਰਨ ਦਾ ਕਰਕੇ ਵੇਖੋ, ਤੁਹਾਡੇ ਸਿਰ ਤੇ ਟੈਨਸ਼ਨ ਨਹੀਂ ਰਹਿਣ ਦਿੰਦਾ ਜੀ। ਉਹ ਸਵਾਲ ਬਹੁਤ ਵੱਡਾ ਹੈ, ਆਉਣਗੇ ਵੀ ਬਹੁਤ ਤੁਹਾਡੇ ਮਾਧਿਅਮ ਰਾਹੀਂ, ਆਉਣਗੇ ਵੀ ਬਹੁਤ, ਹੈ ਨਾ ਜੀ। ਤੁਸੀਂ ਵੇਖੋ, ਮੈਂ ਆਪਾਂ ਕਹਿੰਦੇ ਚਲਾ ਕੇ ਵੇਖੋ, ਬੜਾ ਆਨੰਦ ਆਉਂਦਾ ਉਹਦੀ ਬਾਣੀ ਪੜ੍ਹਨ 'ਚ, ਬੜਾ ਆਨੰਦ ਆ ਜੀ, ਬਹੁਤ ਆਨੰਦ ਆ, ਹੈ ਨਾ ਜੀ। ਉਹ ਸਾਹਿਬੇ ਕਮਾਲ ਆ, ਬਹੁਤ ਆਨੰਦ ਆਉਂਦਾ ਮਹਾਰਾਜ ਜੀ। ਜੇ ਤੁਸੀਂ ਗ੍ਰੰਥੀ ਦੀ ਗੱਲ ਕੀਤੀ ਸੀ, ਆਪਾਂ ਗ੍ਰੰਥੀ ਨਹੀਂ ਮਹਾਰਾਜ ਜੀ, ਆਪਾਂ ਤਾਂ ਬਾਣੀ ਪੜ੍ਹਨ ਵਾਲੇ ਜੀ। ਜਿਹੜਾ ਨਿਤਨੇਮ ਦੱਸਿਆ, ਨਿਤਨੇਮ ਇੱਕ 5 ਬਾਣੀਆਂ ਵੀ ਨਹੀਂ ਮਹਾਰਾਜ ਜੀ। ਵਾਹਿਗੁਰੂ ਵਾਹਿਗੁਰੂ ਕਰ ਲਓ, ਮੂਲ ਮੰਤਰ ਕਰ ਲਓ, ਜਪਜੀ ਸਾਹਿਬ ਕਰ ਲਓ। ਹੁਣ ਮੁੰਡੇ 46 ਕੇਸਾਂ ਧਾਰੀ ਹੋਏ ਆਪਣੇ ਕੋਲੋਂ ਜੀ, ਦਮਾਲੇ ਸਜਾਉਂਦੇ ਆ। ਅੱਛਾ ਬਾਈ, ਹੋਰ ਗਊਸ਼ਾਲਾ ਦੀਆਂ ਗਊ ਸੰਭਾਲ ਦੇ ਨਾਲ ਨਾਲ ਤੁਸੀਂ ਹੋਰ ਕਿਹੜੇ ਕਿਹੜੇ ਕੰਮ ਆ ਜਿਹੜੇ ਇੱਥੇ ਕਰ ਰਹੇ ਹੋ ਉਪਰਾਲੇ? ਬਾਕੀ ਤਾਂ ਵੇਖੋ ਜੀ, ਜਿਹੜਾ ਰਾਹੀ ਪਾਉਂਦੀ ਉਹਨੂੰ ਰਾਤ ਕਟਾਉਣੀ ਜੀ। ਜਿਵੇਂ ਸਾਡੇ ਕੋਲੇ ਮੰਦਬੁੱਧੀ ਵਿਚਾਰੇ ਮੈਨੂੰ ਮਿਲ ਜਾਂਦੇ, ਉਹ ਵੀ ਨੁਹਾ ਨੂੰ ਕਿਤੇ ਰੱਖ ਲਈਦਾ, ਫਿਰ ਪਰਿਵਾਰ ਵੀ ਉਹਦਾ ਮਿਲ ਜਾਂਦਾ ਜੀ। ਅਸੀਂ ਸੋਸ਼ਲ ਮੀਡੀਆ 'ਚ ਤਾਂ ਨਹੀਂ ਆਉਂਦੇ ਜੀ ਮਹਾਰਾਜ ਜੀ, ਹੈ ਨਾ ਜੀ। ਕਿਉਂ ਫਿਰ ਆਪਦੇ ਕੰਮ ਕਦੋਂ ਕਰਾਂਗੇ ਜੀ ਅਸੀਂ, ਹੈ ਨਾ। ਹੁਣ ਮੈਂ ਆ ਬੈਠਾ ਹੀ, ਹੁਣ ਫੋੜਾ ਮਾਰਨ ਵਾਲਾ ਪਿਆ, ਹੁਣ 20-20 ਮਿੰਟ ਹਰ ਇੱਕ, ਹੁਣ ਸਾਰੀ ਆਵਾਮ ਆਊ, ਸਾਰੀ ਦੁਨੀਆ ਮੇਰੇ ਕੋਲ ਆਊਗੀ, ਤੇ ਮਹਾਰਾਜ ਆਪਦੇ ਕੰਮ, ਮੇਰੀਆਂ ਗਊਆਂ ਕਦੋਂ, ਫਿਰ ਕਦੋਂ ਪੱਠੇ ਲਿਆਉਂਗਾ ਮੈਂ, ਕਦੋਂ ਫੋੜਾ ਮਾਰੂੰਗਾ ਮੈਂ। ਬਾਕੀ ਸੰਗਤ ਤੁਸੀਂ ਵੇਖ ਲਓ ਮਹਾਰਾਜ, ਕੋਈ ਨਹੀਂ ਗਾ ਨਾ, ਨੋ ਐਂਟਰੀ, ਆਪਾਂ ਕਿਸੇ ਨੂੰ ਐਂਟਰ ਹੋਣ ਦਿੰਦੇ। ਉਹ ਕਬਲੋ ਬਾਬੇ ਜੋ ਜਾਓ, ਜਿਹੜੇ ਜਿਨ੍ਹਾਂ ਨੇ ਤੁਸੀਂ ਪੈਸਾ ਟਕਣਾ, ਉਹਨਾਂ ਕੋਲ ਜਾਓ। ਸਾਡੇ ਕੋਲ ਤੁਸੀਂ ਆਓਗੇ, ਸਾਡਾ ਤਾਂ ਕੰਮ ਰੁਕ ਜੂਗਾ। ਹੁਣ ਤੁਸੀਂ ਅੱਧਾ ਘੰਟਾ ਲਿਆ ਮੇਰਾ ਉਹ ਫੋੜਾ ਮਾਰਨ ਵਾਲਾ ਪਿਆ ਜੀ, ਉਹ ਗਊਆਂ ਨੂੰ ਪੱਠੇ ਪਾਉਣ ਲਈ ਪਏ ਆ, ਠੀਕ ਹੈ ਨਾ ਜੀ। ਜੇ ਹਾਂ ਤੁਸੀਂ ਜਿਹੜੀ ਕੰਮਾਂ ਦੀ ਗੱਲ ਕੀਤੀ ਆ, ਪ੍ਰਾਇਮਰੀ ਸਕੂਲ ਨਾਲ ਆ ਜੀ, ਇਹਨਾਂ ਨੂੰ ਪੁੱਛੋ, ਮਾਸਟਰਾਂ ਨੂੰ ਪੁੱਛੋ ਕੀ ਸਹਾਇਤਾ ਦਿੰਦੇ ਸਾਨੂੰ, ਹੈ ਨਾ ਜੀ। ਹੁਣ ਇਹ ਸਾਡੇ ਗੁਰਪ੍ਰੀਤ ਵੀਰ ਜੀ ਸਮਾਜ ਸੇਵੀ, ਜਿਹੜੇ ਕੈਮਰਾਮੈਨ ਨੇ, ਇਹਨਾਂ ਨੂੰ ਗੱਲ ਕਹੀ ਦੀ ਆ, ਅਸੀਂ ਹੁਣ AC ਲਵਾ ਕੇ ਦੇਵਾਂਗੇ ਬੱਚਿਆਂ ਨੂੰ ਜੀ। ਇਹਨਾਂ ਮੂਹਰੇ ਮਿਹਨਤ ਕੱਢਾਂਗੇ ਜੀ। ਲੰਗਰ ਲਾਉਣਾ ਐਜੂਕੇਸ਼ਨ ਦਾ ਲਾਓ ਜੀ, ਲੰਗਰ ਲਾਉਣਾ ਨਾ ਕਿਸੇ ਡਿਗਰੀ 50,000 ਦਾ ਲੰਗਰ ਲਾਉਣੇ ਆਪਾਂ, ਤੇ ਮਹਾਰਾਜ ਜੀ ਕਿਸੇ ਡਿਗਰੀ ਲੈ ਦਿਓ, ਕਿਸੇ ਦੀ 50,000 ਫੀਸ ਖਣੋਂ ਬੈਠਾ ਹੁੰਦਾ। ਉਹ ਜਾ ਕੇ ਹੌਸਪੀਟਲਾਂ 'ਚ ਵੇਖੋ ਕਿੰਨੇ ਕਿੰਨੇ ਬੱਚੇ ਉੱਤੇ ਬਾਹਰ ਰੁਲ ਰਹੇ ਆ ਜੀ, ਇਲਾਜ ਖਣੋਂ ਰੁਲ ਰਹੇ ਆ ਜੀ। ਮੈਂ ਤਾਂ ਖੁਦ ਕਹਿੰਦਾ ਹੁੰਦਾ ਵੀ ਮੈਨੂੰ ਨਾ ਪੈਸੇ ਦਿਓ, ਕਿਸੇ ਗਰੀਬ ਨੂੰ ਆਟਾ ਲੈ ਦਿਓ। ਗਰੀਬ ਤੁਹਾਨੂੰ ਲੰਗਰਾਂ ਉੱਪਰ ਇਤਰਾਜ਼ ਹੈ ਕੋਈ? ਨਹੀਂ ਮਹਾਰਾਜ ਜੀ, ਆਏ ਨਹੀਂ, ਮੈਂ ਇਤਰਾਜ਼ ਨਹੀਂ ਕਰਦਾ ਮਹਾਰਾਜ ਜੀ, ਇਹਨੂੰ ਗੱਲ ਨੂੰ ਨਾ ਲਾਉਣਾ ਨਾ, ਇਹ ਲੰਗਰਾਂ ਤੇ ਇਤਰਾਜ਼ ਕੋਈ ਨਹੀਂ ਗਾ ਨਾ ਜੀ। ਚੱਲ ਇਸ ਪਾਸੇ ਆ ਜਾਓ, ਫਿਰ ਇਸ ਪਾਸੇ ਆ ਜਾਓ। ਹੁਣ ਮੇਰੇ ਪਿੰਡ ਵਿੱਚ ਨਿੱਤ ਚੁੱਲ੍ਹਾ ਪੱਕਦਾ ਹਰ ਇੱਕ ਦੇ ਘਰੇ ਜੀ। ਕੱਲ੍ਹ ਨੂੰ ਮੈਂ 50,000 ਦਾ ਲੰਗਰ ਲਾ ਰਿਹਾ ਜੀ ਇੱਥੇ। ਇੱਕ ਲੰਗ ਦਾ ਲੰਗਰ ਤਾਂ ਲਾਉਂਦੇ ਜਿਹੜੇ ਸਾਡੇ ਸਮਾਜ ਸੇਵੀ ਵੀਰ ਲਾਉਂਦੇ, ਜਿੱਥੇ ਭੀੜ ਪੈਂਦੀ ਆ, ਜਿੱਥੇ ਸਾਰਾ ਕੰਮ ਖਤਮ ਹੋ ਜਾਂਦਾ, ਉਹਨਾਂ ਕੋਲ ਰਸਤਾ ਨਹੀਂ ਬਚਦੀਆਂ, ਉੱਥੇ ਲੰਗਰ ਜ਼ਰੂਰੀ ਆ। ਅਸੀਂ ਵੀ ਉੱਥੇ ਜਾਂਦੇ ਹਾਂ ਜੀ। ਹੁਣ ਆਪਣੇ ਜਦੋਂ ਆਇਆ ਸੀ ਜਾਨੀਆਂ ਖੁਰਦ ਆਇਆ ਸੀ, ਹੜ੍ਹ ਬੰਨ ਟੁੱਟੇ, ਉੱਥੇ ਵੀ ਸੀਚੇਵਾ ਸੰਤਾਂ ਨਾਲ ਬਹੁਤ ਹੀ ਭੂਮਿਕਾ ਨਿਭਾਈ, ਤੁਸੀਂ ਵੀਡੀਓ ਵੇਖ ਲਓ ਜੀ। ਹੁਣ ਵੀ ਕੋਈ ਕਿਤੇ ਜਾਂਦੇ, ਹੁਣ ਦਿੱਲੀ ਅੰਦੋਲਨ ਵਿੱਚ ਵੀ ਜਾ ਕੇ ਆਏ ਆ ਜੀ, ਹੈ ਨਾ ਜੀ। ਕਿਉਂ ਮੈਂ ਵੀ ਇਹ ਕਿਸਾਨਾਂ ਦਾ ਖਾ ਰਿਹਾ ਮਹਾਰਾਜ ਜੀ, ਤੂੜੀ ਕਿਸਾਨਾਂ ਤੋਂ ਆ ਰਹੀ ਹੈ, ਪੱਠੇ ਕਿਸਾਨਾਂ ਤੋਂ ਆ ਰਹੇ ਆ, ਜਾ ਕੇ ਵੇਖੋ ਉੱਥੇ ਵੀਡੀਓ ਬਥੇਰੀਆਂ ਪੰਜਾਂ ਮਰ ਜਾਈਦਾ ਮਹਾਰਾਜ ਜੀ। ਪਰ ਇੰਨਾ ਕਿ ਵੀ ਮੰਚ ਤੇ ਬੋਲਣ ਡਰ ਜਾਈਦਾ ਵੀ, ਜੋ ਤੁਸੀਂ ਗੱਲ ਕਹੀ ਆ ਵੀ ਭਗਵੇਂ ਵਾਲੇ ਆ ਜੀ, ਹੈ ਨਾ ਜੀ। ਉਹ ਭਗਵੇਂ ਕਿ ਨਰਮਲੇ ਪੰਥਾਂ ਦਾ ਮਹਾਰਾਜ ਜੀ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੁਪੁੱਤਰ ਦਾ ਇਹ ਪੰਥ ਆ ਮਹਾਰਾਜ ਜੀ। ਨਹੀਂ, ਭਗਵਾਨ ਜਿਹੜਾ ਹੈ ਨਾ, ਹੁਣ ਇੱਕ RSS ਵੱਲੋਂ ਉਹਦਾ ਭਗਵਾਂ ਕਰਨ ਦੀ ਨੀਤੀ ਹੈ, ਇਹਨੂੰ ਉਹਦੇ ਨਾਲ ਜੋੜਿਆ ਜਾਂਦਾ। ਤੁਹਾਨੂੰ ਤਾਂ ਕਿਹਾ ਵੀ ਭਗਵਾਂ ਕਰਨਾ, ਜੋੜ ਨੂੰ ਤੁਸੀਂ ਮੈਨੂੰ ਡਾਲਰਾਂ ਨਾਲ ਜੋੜਤਾ ਜੀ। ਹੁਣ ਬੈਠਾ ਨੇ ਜੋੜ ਨੂੰ ਕੀ ਕਹਿ ਹੀ ਦੇਣਾ ਵੀ ਡਾਲਰ ਆਉਂਦੇ, ਕਹਿ ਹੀ ਦੇਣਾ। 2 ਸ਼ਬਦਾਂ ਦਾ ਅੱਖਰ ਡਾਲਰ ਲੈ ਕਹਿਤਾ। ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਵਿਊ ਲੈਣ ਮਾਰੇ ਮੇਰੇ ਕੋਲ ਆਏ ਆ, ਇਸ ਪਾਸ ਕਹਿ ਹੀ ਤੇ ਮੈਂ ਤਾਂ ਕਹਿ ਹੀ ਦੇਣਾ। ਪਰ ਤੁਹਾਨੂੰ ਪਤਾ ਨਾ, ਤੁਸੀਂ ਜਿਹੜੇ 4 ਬੱਚੇ ਤੁਹਾਡੇ ਘਰੇ, ਉਹਨਾਂ ਨੂੰ ਕਿੱਥੋਂ ਚੋਕ ਦਿਓਗੇ? ਇੱਕ ਸਵਾਲ ਮੈਂ ਵੀ ਤੁਹਾਨੂੰ ਕਰਦਾ, ਤੁਸੀਂ ਇੰਨੀ ਵਾਟੋਂ ਆਏ ਆ, ਤੁਸੀਂ ਵਿਊ ਲੈਣ ਮਾਰੇ ਤੁਸੀਂ ਆਏ ਆ, ਹੈ ਨਾ ਜੀ। ਤੇ ਮੈਂ ਇਹ ਨਹੀਂ ਸੋਚਣਾ ਵੀ ਇਹਦੇ ਮਗਰ ਪਰਿਵਾਰ ਜਿਹੜਾ ਪਤਾ ਕਿੱਥੋਂ ਪੜੂਗਾ ਉਹ, ਠੀਕ ਹੈ ਨਾ ਜੀ। ਜੇ ਅਸੀਂ ਗੱਲ ਕਰੀਏ, ਹਾਂ ਕਿਸੇ ਦੀ ਮੈਂ ਕਹਿ ਨਹੀਂ ਮਹਾਰਾਜ ਜੀ, ਮੈਨੂੰ ਇਹ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ, ਕਿ ਮੈਨੂੰ ਕਿਉਂ ਮੈਂ ਆਪਣੇ ਆਪ ਤੋਂ ਗੇਟੋਂ ਪਾਰ ਤੇ ਕੰਧੋਂ ਬਾਹਰ ਆਪਾਂ ਮਾਰਾ ਟੈਨਸ਼ਨ ਨਹੀਂ ਕਰੀ ਚੱਕਦੇ। ਅੱਜ ਹੁਣ ਘੰਟੇ ਨੂੰ ਫੋੜਾ ਮਾਰ ਕੇ ਇਹਨੇ ਮਾਰ ਦੇਣਾ, ਇੱਥੇ ਗੋਲੀ ਮਾਰ ਕੇ ਮਾਰ ਦੇਣਾ। ਮੌਤ ਇੱਕ ਅਟੱਲ ਸੱਚਾਈ ਆ। ਮੈਨੂੰ ਬਥੇਰੇ ਕਹਿਣਗੇ ਬਾਬਾ ਜੀ ਕੋਈ ਮਾਰ ਨਾ ਜਾਵੇ, ਦੁਸ਼ਮਣੀ ਆ। ਮੈਂ ਕਿਹਾ ਦੁਸ਼ਮਣੀ ਉਹਨਾਂ ਦੀ ਆ, ਮੇਰੀ ਤਾਂ ਉਹਨਾਂ ਨਾਲ ਹੈ ਨਹੀਂ, ਹੈ ਨਾ ਜੀ। ਮੌਤ ਅਟੱਲ ਸੱਚਾਈ ਆ। ਥਾਂ 'ਤੇ ਬੰਦਾ ਚੱਲ ਗਿਆ, ਥਾਂ ਨਹੀਂ ਬੰਦੇ ਕੋਲ ਚੱਲ ਕੇ ਆਉਂਦਾ, ਠੀਕ ਹੈ ਨਾ ਜੀ। ਸਾਡੇ ਵੱਡੇ ਜੇ ਗੱਲ ਕਰੀਏ ਜੀ, ਹੈ ਨਾ ਜੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜੀ, ਹੈ ਨਾ ਜੀ। ਜੇ ਆਪਾਂ ਗੱਲ ਕਰੀਏ ਜੀ, ਉਹਨਾਂ ਨੂੰ ਹੈ ਨਾ ਜੀ ਸਾਜਦਾ ਕਰਦੇ ਹਾਂ ਜੀ, ਮਹਾਰਾਜ ਗੁਰਫਤਿਹ ਬੁਲਾਉਂਦੇ ਆ, ਨੱਕ ਮਸਤਕ ਹੁੰਦੇ ਉਹਨਾਂ ਨੂੰ ਜੀ, ਹੈ ਨਾ ਜੀ। ਜਿਨ੍ਹਾਂ ਦੀ ਬਦੌਲਤ ਚਲੋ ਬਾਲੀਆਂ ਗੱਲਾਂ 'ਚ ਮੈਂ ਨਹੀਂ ਪੈਂਦਾ, ਮੈਨੂੰ ਤਾਂ ਇਹੀ ਗੱਲ ਆ ਮਹਾਰਾਜ ਜੀ, ਉਹ ਬੰਦ ਹੀ ਕਰੋ, ਉਦੋਂ ਬਾਅਦ ਨਜ਼ਾਰਾ ਵੇਖੋ। ਬੰਦਗੀ ਕਰੋ, ਨਿਤਨੇਮ ਕਰੋ, ਤੁਸੀਂ ਨਜ਼ਾਰਾ ਵੇਖੋ ਮਹਾਰਾਜ ਜੀ, ਇਹਨਾਂ ਰਾਸ ਵੇਖੋ। ਤੁਸੀਂ ਕਹੋਗੇ ਆ ਹੋ ਕੇ ਮੇਰੇ, ਮੈਂ ਤਾਂ ਖੁਦ ਹੈਰਾਨ ਰਹਿ ਜਾਂਦਾ। ਪੁੱਛ ਲਓ ਗੁਰਪ੍ਰੀਤ ਜੀ ਨੂੰ, ਮੈਂ ਖੁਦ ਹੈਰਾਨ ਜਾਂਦਾ ਮਹਾਰਾਜ, ਕਿੱਧਰੋਂ ਕੀ ਆਈ, ਸਮਝੋ ਕੰਮ ਬਾਹਰ ਹੋ ਜਾਂਦਾ ਜੀ, ਕਿੱਧਰੋਂ ਕੀ ਆਈ ਜਾਂਦਾ ਗਾ। ਫਿਰ ਜੇ ਗੱਲ ਕਰੀਏ ਜੀ,
ਜਿਹੜੀਆਂ ਆਪਣੀਆਂ ਜੀ ਜਥੇਬੰਦੀਆਂ ਕੁਝ ਹਿੰਦੂਆਂ ਦੀਆਂ ਕੁਝ ਸਿੱਖਾਂ ਦੀਆਂ ਕੁਝ ਕ੍ਰਿਸਚਨਾਂ ਦੀਆਂ ਗੀਆਂ ਹੁਣ ਇੱਥੇ ਸਾਡੇ ਕੋਲੇ ਆ ਜਾਂਦੇ ਨੇ ਜੀ ਨਾ ਜੀ ਉਹਨੂੰ ਕਹਿੰਦਾ ਭਰਾਵਾ ਜਲ ਪਾਣੀ ਛਕ ਲਓ ਜੇ ਤੁਹਾਨੂੰ ਮਾੜਾ ਲੱਗਦਾ ਤੇ ਗੋਲੀ ਮਾਰ ਦਿਓ ਠੀਕ ਹੈ ਨਾ ਜੇ ਕਿਸੇ ਧਰਮ ਤੋਂ ਕਿਸੇ ਨੂੰ ਤੋੜ ਕੇ ਧਰਮ ਨਾਲ ਜੋੜੀ ਦਾ ਤਾਂ ਦੱਸ ਦਿਓ ਹੈ ਨਾ ਜੀ ਮੇਰੇ ਕੋਲੇ ਮੁਸਲਮਾਨ ਵੀਰ ਵੀ ਆਉਂਦੇ ਆ ਹਿੰਦੂ ਵੀਰ ਵੀ ਆਉਂਦੇ ਆ ਹੁਣੇ ਸਾਡੇ ਪਾਸਟਰ ਜੀ ਹੋ ਕੇ ਗਏ ਆ ਜੀਰੇ ਤੋਂ ਉਹਨਾਂ ਨੂੰ ਵੀ ਉਹਨਾਂ ਦੇ ਤਰੀਕੇ ਨਾਲ ਬੁਲਾਇਆ ਜੀ ਕਿਉਂ ਮੈਂ ਇਨਸਾਨ ਆ ਜੀ ਤੁਹਾਨੂੰ ਦੱਸੀ ਇਹ ਗੱਲ ਨਾ ਕੋਈ ਵੀ ਮੇਰੇ ਨਾਲ ਇਹ ਸਵਾਲ ਕਰ ਦਿਓ ਤੁਹਾਨੂੰ 5 ਸਾਲ ਤੱਕ ਪਤਾ ਹੀ ਸਿੱਖ ਆ ਕਿ ਹਿੰਦੂ ਆ ਕਿ ਮੁਸਲਮਾਨ ਆ ਕਿ ਈਸਾਈ ਆ ਹੈ ਨਾ ਜੀ ਸਾਡੇ ਭਗਤਾਂ ਨੇ ਕਿੰਨੀਆਂ ਕੰਨਾਂ ਦੇ ਕੀੜੇ ਕੱਢੇ ਸਾਰਿਆਂ ਦੇ ਅਸੀਂ ਫੇਰ ਨਹੀਂ ਮੰਨਦੇ ਬਾਣੀ ਨੂੰ ਮਾਰੇ ਮੰਨਦੇ ਆ ਪਰ ਵਿਚਾਰਦੇ ਨਹੀਂ ਹੁਣ ਜੇ ਕਹਿ ਨਾ ਹੱਕ ਪਰਾਇਆ ਨਾਨਕਾ ਸੁਰਸ ਗਾਏ ਹੁਣ ਆਹ ਸੜਕਾਂ ਵੇਖ ਲਓ 6-6 ਫੁੱਟ ਵੱਡੀਆਂ ਪਈਆਂ ਕਿ ਨਾਲੋਂ ਹੈ ਨਾ ਜੀ ਹਜੇ ਕਹਿੰਦੇ ਆਫਤਾਂ ਕਾਹਤੋਂ ਆਉਂਦੀਆਂ ਗਈਆਂ ਪਈਆਂ 3.5 ਕਰਮਾਂ ਦੀਆਂ ਸੀਗੀਆਂ ਉਹ ਤੋਂ ਟਰੈਕਟਰ ਨਹੀਂ ਲੰਘਦਾ ਹੈ ਨਾ ਜੀ ਹਜੇ ਅਸੀਂ ਰੱਬ ਨੂੰ ਮੰਨਦੇ ਆ ਹੈ ਨਾ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਨਾ ਜੀ ਹਜੇ ਅਸੀਂ ਰੱਬ ਨੂੰ ਮੰਨਦੇ ਆ ਜੀ ਹੈ ਨਾ ਜੀ ਮੈਂ ਤਾਂ ਹੁਣ ਜੇ ਗੱਲ ਕਰੀਏ ਅਸੀਂ ਗਊਆਂ ਦੀ ਸੇਵਾ ਕਰਦੇ ਆ ਬੈਂਕ ਬੈਲੈਂਸ 50 ਲੱਖ ਬਣਾਈ ਬੈਠਾ ਸੇਵਾ ਕਾਹਦੀ ਹੋ ਗਈ ਵੀ ਇਹਦਾ ਪ੍ਰੋਪਰਟੀ ਆ ਇਹਦਾ ਇੱਕ ਬਿਜ਼ਨਸ ਆ ਠੀਕ ਹੈ ਨਾ ਜੀ ਆ ਹੁਣ ਅਸੀਂ ਬਰਛੀ ਬਣਾਉਣੇ ਸੰਤਾਂ ਦੀ ਸੰਗਤ ਮਨਾਉਂਦੀ ਆ ਕੋਈ ਕਹਿ ਦੇ ਬਾਬੇ ਦੇ ਕੀ 100 ਰੁਪਈਆ ਕੱਢ ਲਓ ਜਾ ਕੇ ਜੋ ਸੰਗਤ ਸਹਿਦੂ ਪੁੱਤ ਨੂੰ ਤੇਰਾ ਮਹਾਰਾਜ ਜੀ ਸਵਾਲ ਨੂੰ ਮਹਾਰਾਜ ਜਵਾਬ ਦੇ ਦੂੰ ਬੈਠੇ ਕੋਈ ਚੱਕਰ ਨਹੀਂ ਆਈ ਡੋਂਟ ਵੈਰੀ ਸੋ ਸੰਦੀਪ ਸਿੰਘ ਜੀ ਤੁਸੀਂ ਬੜੀ ਬੇਬਾਕੀ ਦੇ ਨਾਲ ਔਰ ਇਮਾਨਦਾਰੀ ਨਾਲ ਜਵਾਬ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਆਪਣਾ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ ਥੈਂਕ ਯੂ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਜੀ ਤੁਹਾਡੇ ਤੋਂ ਹਰ ਇੱਕ ਸਵਾਲ ਪੁੱਛ ਰਿਹਾ ਨਾ ਵੀ ਮੀਡੀਆ ਨੂੰ ਮੇਰੀ ਬੇਨਤੀ ਆ ਵੀ ਇੱਕ ਤੁਸੀਂ ਬੜੇ ਨਜ਼ਦੀਕੀ ਕਰਕੇ ਮੇਰੇ ਕੋਲੇ ਆ ਗਏ ਆ ਤੇ ਗੁਰਪ੍ਰੀਤ ਜੀ ਦਾ ਪ੍ਰੈਸ਼ਰ ਸੀਗਾ ਤੇ ਮੈਂ ਜਵਾਬ ਦਿੱਤਾ ਨਹੀਂ ਮੀਡੀਆ 'ਚ ਮਾਰਾ ਮੈਂ ਨਹੀਂ ਆਉਣਾ ਚਾਹੁੰਦਾ ਤੇ ਕੋਈ ਮੀਡੀਆ ਮੇਰੇ ਕੋਲੇ ਨਾ ਆਵੇ ਸੋ ਦਰਸ਼ਕੋ ਇਹ ਸਨ ਸੰਦੀਪ ਸਿੰਘ ਜੀ ਜੋ ਇੱਟਾਂ ਵਾਲੀ ਗਊਸ਼ਾਲਾ ਉੱਥੋਂ ਦੇ ਮੁੱਖ ਸੇਵਾਦਾਰ ਨੇ ਸੋ ਇਹਨਾਂ ਧੰਨਵਾਦ ਇਦਾਂ ਦੀਆਂ ਹੀ ਸ਼ਖਸੀਅਤਾਂ ਦੇ ਨਾਲ ਫਿਰ ਤੁਹਾਨੂੰ ਅਸੀਂ ਮਿਲਾਉਂਦੇ ਰਹਾਂਗੇ ਮੈਂ ਸੁਖਬੀਰ ਸਿੰਘ ਚੈਣਾ ਪੰਜਾਬ ਨਿਊਜ਼ ਲਈ ਧੰਨਵਾਦ